हेलो फ्रेंड्स, मेरा नाम है लवलीन सूद। ਆਪਾਂ ਚੈਪਟਰ ਕਰ ਰਹੇ ਹਾਂ ਸੋਲਿਡ ਸਟੇਟ। ਉਹਨੂੰ ਕੰਟੀਨਿਊ ਕਰਾਂਗੇ ਅੱਗੇ। ਆਪਾਂ ਲਾਸਟ ਚੈਪਟਰ ਦੇ ਵਿੱਚ ਕੀ ਸਟੱਡੀ ਕੀਤਾ ਸੀ? ਸੋਲਿਡ ਸਟੇਟ ਦੇ ਵਿੱਚ ਸੋਲਿਡ, ਲਿਕੁਇਡ ਔਰ ਗੈਸ ਸਟੇਟਸ ਬਾਰੇ। ਹੁਣ ਆਪਾਂ ਅੱਗੇ ਸੋਲਿਡ ਦੀ ਇੰਟਰੋਡਕਸ਼ਨ ਤੋਂ ਅੱਗੇ ਉਹਦੀ ਕਲਾਸੀਫਿਕੇਸ਼ਨ ਕਰਨੀ ਹੈ। ਕੀ ਕਰਨੀ ਆਪਾਂ? ਕਲਾਸੀਫਿਕੇਸ਼ਨ ਆਫ ਸੋਲਿਡਸ। ਆਪਾਂ ਕਲਾਸੀਫਿਕੇਸ਼ਨ ਆਫ ਸੋਲਿਡਸ ਕਰਨੀ ਹੈ। ਸੋਲਿਡਸ ਦੀ ਕਲਾਸੀਫਿਕੇਸ਼ਨ ਆਪਾਂ ਕਿਹਦੇ ਬੇਸਿਸ ਤੇ ਕਰਨੀ ਹੈ ਉਹ ਵੀ ਬਹੁਤ ਮੈਟਰ ਕਰਦਾ ਹੈ ਕਿ ਆਪਾਂ ਜਿਹੜੀ ਕਲਾਸੀਫਿਕੇਸ਼ਨ ਕਰਨ ਜਾ ਰਹੇ ਹਾਂ ਸੋਲਿਡਸ ਦੇ ਉਹ ਕਿਸ ਬੇਸਿਸ ਤੇ ਕਰ ਰਹੇ ਹਾਂ। ਔਨ ਦ ਬੇਸਿਸ ਆਫ ਅਰੇਂਜਮੈਂਟ ਆਫ ਪਾਰਟੀਕਲਸ। ਪਾਰਟੀਕਲਸ ਦਾ ਕਿਸ ਤਰ੍ਹਾਂ ਅਰੇਂਜਮੈਂਟ ਹੈ ਉਹਦੇ ਬੇਸਿਸ ਤੇ ਆਪਾਂ ਨੂੰ ਕੀ ਕਰ ਰਹੇ ਹਾਂ? ਕਲਾਸੀਫਾਈ ਕਰ ਰਹੇ ਹਾਂ। ਆਪਾਂ ਸੋਲਿਡਸ ਨੂੰ ਕਲਾਸੀਫਾਈ ਕਰ ਰਹੇ ਹਾਂ ਔਨ ਦ ਬੇਸਿਸ ਆਫ ਅਰੇਂਜਮੈਂਟ ਆਫ ਪਾਰਟੀਕਲਸ। ਪਾਰਟੀਕਲਸ ਦਾ ਕਿਸ ਤਰ੍ਹਾਂ ਅਰੇਂਜਮੈਂਟ ਹੈ ਉਸ ਬੇਸ 'ਤੇ ਆਪਾਂ ਕਲਾਸੀਫਾਈ ਕਰਾਂਗੇ। ਤਾਂ ਆਪਣੇ ਕੋਲ ਦੋ ਕੈਟੇਗਰੀਜ਼ ਆਉਂਦੀ ਹੈ। ਫਸਟ ਕਲਾਸ ਦੀ ਆਏਗੀ ਦੈਟ ਇਜ਼ ਕ੍ਰਿਸਟਲਾਈਨ ਸੋਲਿਡਸ ਐਂਡ ਸੈਕਿੰਡ ਜਿਹੜੀ ਹੈ ਉਹਦੀ ਕੀ ਹੋ ਜਾਏਗੀ? ਐਮੋਰਫਸ ਸੋਲਿਡਸ। ਐਮੋਰਫਸ ਸੋਲਿਡਸ। ਜਿਵੇਂ ਇਸ ਨਾਮ ਸੁਣ ਰਹੇ ਹੋ ਕ੍ਰਿਸਟਲਾइन और सेकंड की है अमॉर्फस। ये तो अपने टर्म तो की बात क्रिस्टलाइन मतलब क्रिस्टल लाइक होएगा। क्रिस्टलाइन तो की बात चल रही है क्रिस्टल लाइक होएगा। क्रिस्टल समझ दो क्यों होता है? जो चीनी के क्रिस्टल होंगे हैं, नमक के क्रिस्टल्स होंगे हैं, उन्होंने आप कहते हैं क्रिस्टलाइन। ठीक है, नमक के पार्टिकल्स तुम देखे होंगे वही पर्टिकुलर शेप होंगी है। इदी अगर तुम चीनी के पार्टिकल्स देखोगे वो पर्टिकुलर शेप होंगी है। ਇਹਦਾ मतलब किस फॉर्म च होंगे? क्रिस्टल की फॉर्म ਦੇ ਵਿੱਚ ਹੁੰਦੇ ਆ। तो उस टाइप की कैटेगरी ਆਪਾਂ ਕੀ ਲੈਂਦੇ ਆ? क्रिस्टलाइन सॉलिड्स ਲੈਂਦੇ ਆ। अमॉर्फस ਜਿਹਦੀ ਡੈਫੀਨੇਟ ਸ਼ੇਪ ਤਾਂ ਡੈਫੀਨੇਟ ਹੁੰਦੀ ਹੈ ਬਟ ਪਾਰਟੀਕਲਸ ਦਾ ਅਰੇਂਜਮੈਂਟ ਉਹ ਕੀ ਹੈ? ਥੋੜਾ ਇਰਰੈਗੂਲਰ ਹੁੰਦਾ ਹੈ। ਕੀ ਹੁੰਦਾ ਹੈ? ਇਰਰੈਗੂਲਰ। ਉਹਦੇ ਬੇਸਿਸ ਤੇ, ਕਿਉਂਕਿ ਮੈਂ ਇੱਥੇ ਵਰਡ ਯੂਜ਼ ਕਰ ਅਰੇਂਜਮੈਂਟ ਆਫ ਪਾਰਟੀਕਲ ਦੇ ਬੇਸਿਸ ਤੇ ਆਪਾਂ ਨੂੰ ਕੀ ਕਰ ਰਹੇ ਹਾਂ? ਕਲਾਸੀਫਾਈ ਕਰ ਰਹੇ ਹਾਂ। ਹੁਣ ਅਰੇਂਜਮੈਂਟ ਆਫ ਪਾਰਟੀਕਲ ਦੇ ਬੇਸਿਸ ਤੇ ਆਪਾਂ ਇਹਨਾਂ ਦੋਨਾਂ ਨੂੰ ਕੀ ਕਰਨਾ ਹੈ? ਡਿਫਰੈਂਸ਼ੀਏਟ ਕਰਨਾ ਹੈ ਕਿ ਕ੍ਰਿਸਟਲਾਈਨ ਸੋਲਿਡਸ ਅਮੋਰਫਸ ਸੋਲਿਡ ਤੋਂ ਕਿਵੇਂ ਡਿਫਰ ਨੇ, ਕਿਵੇਂ ਅਲੱਗ ਨੇ। ਠੀਕ ਹੈ, ਕਿ ਇਹਨਾਂ ਦਾ ਡਿਫਰੈਂਸ ਹੈ ਦੋਨਾਂ ਦੇ ਵਿੱਚ। ਹੁਣ ਜਿਵੇਂ ਕ੍ਰਿਸਟਲਾਈਨ ਸੋਲਿਡਸ ਦੀ ਗੱਲ ਕਰ ਰਹੇ ਹਾਂ, ਕ੍ਰਿਸਟਲਾਈਨ ਦੇ ਵਿੱਚ ਕੀ ਹੈ? ਪਾਰਟੀਕਲਸ ਅਰੇਂਜਮੈਂਟ ਕੀ ਹੈ? ਆਰਡਰਲੀ ਹੈ। ਆਰਡਰਲੀ ਅਰੇਂਜ ਪਾਰਟੀਕਲਸ ਹੈ, ਮਤਲਬ ਡੈਫੀਨੇਟਲੀ ਆਰਡਰ 'ਚ ਪਾਰਟੀਕਲ ਜਿਹੜੇ ਹੈ ਉਹ ਪ੍ਰੈਜ਼ੈਂਟ ਹੈ। ਆਰਡਰਲੀ ਅਰੇਂਜਮੈਂਟ ਆਫ ਪਾਰਟੀਕਲਸ। ਪਾਰਟੀਕਲਸ ਦਾ ਅਰੇਂਜਮੈਂਟ ਕੀ ਹੈ? ਬਿਲਕੁਲ ਆਰਡਰ ਦੇ ਵਿੱਚ ਹੈ। ਹੁਣ ਜਿਵੇਂ ਆਪਾਂ ਪਿੱਛੇ ਵੀ ਕੀਤਾ ਸੀਗਾ, ਪਾਰਟੀਕਲਸ ਦਾ ਅਰੇਂਜਮੈਂਟ ਕੀ ਹੋਏਗਾ? ਬਿਲਕੁਲ ਆਰਡਰ ਹੋਏਗਾ। ਆਰਡਰ ਮਤਲਬ ਡੈਫੀਨੇਟ ਪੈਟਰਨ ਹੋਏਗਾ ਪਾਰਟੀਕਲਸ ਦੇ ਅਰੇਂਜਮੈਂਟ ਦਾ। ਜਿਵੇਂ ਫਸਟ ਲੇਅਰ ਐਗਜ਼ੈਕਟਲੀ ਸੈਕਿੰਡ ਲੇਅਰ ਦੇ ਨੀਚੇ ਲਾਈ ਕਰੇਗੀ। ਫਸਟ ਲੇਅਰ ਦੇ ਵਿੱਚ ਬਿਲਕੁਲ ਸੈਕਿੰਡ ਲੇਅਰ ਜਿਹੜੀ ਉਹ ਕੀ ਕਰੇਗੀ? ਲਾਈ ਕਰੇਗੀ। ਮਤਲਬ ਫਸਟ ਦੇ ਨੀਚੇ ਕੀ ਆ ਰਹੀ? ਸੈਕਿੰਡ ਲੇਅਰ ਆ ਰਹੀ ਹੈ ਔਰ ਵਿੱਚ ਜਿਹੜਾ ਗੈਪ ਹੈ ਉਹ ਕੀ ਹੈ? ਫਿਕਸਡ ਹੈ। ਠੀਕ ਹੈ, ਇਹਨੂੰ ਆਪਾਂ ਬੋਲਦੇ ਹਾਂ ਆਰਡਰਲੀ ਅਰੇਂਜਮੈਂਟ ਆਫ ਪਾਰਟੀਕਲਸ। ਬਟ ਅਮੋਰਫਸ ਦੇ ਵਿੱਚ ਕੀ ਹੁੰਦਾ ਹੈ? ਇਹਦੇ ਵਿੱਚ ਵੀ ਪਾਰਟੀਕਲ ਜਿਹੜੇ ਉਹ ਟਾਈਟਲੀ ਪੈਕਡ ਹੁੰਦੇ। ਜਿਵੇਂ ਇਹ 'ਚ ਟਾਈਟਲੀ ਪੈਕ, ਉਹ 'ਚ ਵੀ ਟਾਈਟਲੀ ਪੈਕ ਹੁੰਦੇ ਆ। ਬਟ ਆਪਣੇ ਕੋਲ ਕੀ ਹੈ? ਇਰਰੈਗੂਲਰ ਪਾਰਟੀਕਲ ਜਿਹੜੇ ਹੁੰਦੇ ਉਹ ਅਰੇਂਜ ਹੁੰਦੇ ਨੇ। ਇਰਰੈਗੂਲਰਲੀ या irregular arrangement of particles। arrangement of particles irregular ਦਾ ਮਤਲਬ ਕੀ ਹੈ? present ਦੇ ਵਿੱਚ ਵੀ ਹੈ, tightly packed ਨੇ ਬਟ ਕੋਈ ਰੈਗੂਲਰ ਆਰਡਰ 'ਚ ਨਹੀਂ ਹੈਗੇ। ਜਿਵੇਂ ਮੈਂ ਇੱਥੇ ਆਰਡਰ ਬਣਾਇਆ ਸੀ, ਇੱਕ ਲੇਅਰ ਆ ਗਈ, ਫਿਰ ਸੈਕਿੰਡ ਲੇਅਰ ਆ ਗਈ, ਬਟ ਉਹਦੇ ਵਿੱਚ ਕੀ ਹੈ? ਅੱਗੇ ਪਿੱਛੇ ਜਿੱਦਾਂ ਮਰਜੀ ਪਾਰਟੀਕਲ ਜਿਹੜੇ ਇਰਰੈਗੂਲਰਲੀ ਅਰੇਂਜ ਨੇ। ਤੇ ਇਹਦੇ ਵਿੱਚ ਕੀ ਇਰਰੈਗੂਲਰ ਅਰੇਂਜਮੈਂਟ ਆਫ ਪਾਰਟੀਕਲ ਹੋਏਗਾ। ਇੱਥੇ ਕੀ ਹੋਏਗਾ? ਰੈਗੂਲਰ ਜਾਂ ਫਿਰ ਆਰਡਰਲੀ ਅਰੇਂਜਮੈਂਟ ਆਫ ਪਾਰਟੀਕਲ। ਤੁਸੀਂ ਰੈਗੂਲਰ ਵਰਡ ਵੀ ਯੂਜ਼ ਕਰ ਸਕਦੇ ਹੋ। ਠੀਕ ਹੈ, ਇਹਦਾ ਮਤਲਬ ਇਹਦੇ ਵਿੱਚ ਇੰਟਰਮੋਲਕੂਲਰ ਫੋਰਸਿਸ ਕੀ ਨੇ? ਸਟਰੋਂਗ ਨੇ। ਜ਼ਿਆਦਾ ਇੰਟਰਮੋਲਕੂਲਰ ਫੋਰਸਿਸ ਕੀ ਸਟਰੋਂਗ ਨੇ ਇਹਦੇ ਵਿੱਚ। ਇਹਦੇ ਵਿੱਚ ਰੈਗੂਲਰ ਅਰੇਂਜਮੈਂਟ ਨਹੀਂ ਆ ਰਿਹਾ। ਥੋੜੇ ਜਿਹੇ ਕੀ ਹੋਣਗੇ? ਸੌਫਟ ਸੋਲਿਡਸ ਹੋਣਗੇ। ਇਹ ਕੀ ਹੋਣਗੇ? ਸੌਫਟ ਸੋਲਿਡਸ ਹੋਣਗੇ। ਔਰ ਇਹਨਾਂ ਦੇ ਆਪਾਂ ਅਗਰ ਗੱਲ ਕਰੀਏ ਅਮੋਰਫਸ ਸੋਲਿਡ ਦੀ, ਇਹਦੀ ਐਗਜ਼ਾਮਪਲਸ ਕਿਹੜੀ ਕਿਹੜੀ ਆਉਂਦੀਆਂ ਨੇ? ਪਲਾਸਟਿਕ। ਹੁਣ ਪਲਾਸਟਿਕ ਦੇਖੋ, ਬੈਂਡ ਕਰਕੇ ਦੇਖੋ, ਆਰਾਮ ਨਾਲ ਮੁੜ ਜਾਂਦਾ ਨਾ ਪਲਾਸਟਿਕ। ਤੁਹਾਡੇ ਕੋਲ ਪਾਈਪ ਬੋਟਲ ਹੋਏਗੀ ਪਲਾਸਟਿਕ ਦੀ, ਬੜੇ ਨਾਮ ਨਾਲ ਫਲੈਕਸੀਬਲ ਜੀ ਹੁੰਦੀ ਹੈ, ਮੂਵ ਹੋ ਜਾਂਦੀ ਹੈ। ਪਾਈਪਸ ਆਉਂਦੀਆਂ ਨੇ, ਪਾਣੀ ਸਪਰੇ ਜਿੰਨਾ ਆਪਾਂ ਕਰਦੇ ਹੈਗੇ ਆ, ਉਹ ਜਿਹੜੀਆਂ ਪਾਈਪਸ ਆਉਂਦੀਆਂ ਨੇ ਵੀ ਕਿਹਦੀ ਬਣੀ ਹੁੰਦੀਆਂ? ਪਲਾਸਟਿਕ ਦੀ ਬਣੀ ਹੁੰਦੀਆਂ ਨੇ। ਉਹਨੂੰ ਵੀ ਇਹਦਾ ਕਰਕੇ ਦੇਖੋ ਮੁੜ ਜਾਂਦੀਆਂ ਨੇ। ਠੀਕ ਹੈ ਨਾ? ਤਾਂ ਇਟ ਮੀਨਸ ਪਲਾਸਟਿਕ ਦੇ ਵਿੱਚ ਕੀ ਹੈ ਤੇ ਇਹ ਵੀ ਸੋਲਿਡ ਹੀ ਹੈ, नो डाउट ये भी सॉलिड है, बट ये इररेगुलर अरेंजमेंट ऑफ पार्टिकल्स है, मतलब बहुत ज़्यादा टाइटली पैक्ड नहीं है।
ਦੂਜੀ ਦੀ ਕੈਟੇਗਰੀ ਆਪਾਂ ਲੈਂਦੇ ਹਾਂ ਰਬੜ ਦੀ ਐਗਜ਼ਾਮਪਲ ਲੈਂਦੇ ਹਾਂ। ਰਬੜ ਦੀ ਐਗਜ਼ਾਮਪਲ ਲਈਏ ਤਾਂ ਤੁਹਾਡੇ ਕੋਲ ਸਭ ਕੋਲ ਰੇਜ਼ਰ ਵੀ ਹੋਏਗੀ, ਉਹਨੂੰ ਦੇਖੋਗੇ ਉਹ ਬੈਂਡ ਕਰਕੇ ਦੇਖੋ ਬੜੇ ਆਰਾਮ ਨਾਲ ਮੂਵ ਕਰ ਜਾਏਗੀ, ਬੈਂਡ ਹੋ ਜਾਏਗੀ। ਇਹਦਾ ਮਤਲਬ ਕੀ ਹੈ, ਉਹਦੇ ਵਿੱਚ ਵੀ ਪਾਰਟੀਕਲਸ ਜਿਹੜੇ ਹੈਗੇ ਆ ਉਹ ਥੋੜ੍ਹੇ ਜਿਹੇ ਹੈ, ਉਹਨਾਂ 'ਚ ਇੰਟਰਮੋਲ ਫੋਰਸਿਸ ਕੀ ਹੈ, ਵੀਕ ਹੈ, ਜਿਵੇਂ ਨੇ ਬੜੇ ਆਰਾਮ ਨਾਲ ਬੈਂਡ ਹੋ ਜਾਂਦੇ, ਇਰਰੈਗੂਲਰ ਅਰੇਂਜਮੈਂਟ ਪਾਰਟੀਕਲਸ ਆ। ਥਰਡ ਆਪਾਂ ਲੈਂਦੇ ਹਾਂ ਗਲਾਸ। ਹੁਣ ਗਲਾਸ ਜਦੋਂ ਆਪਾਂ ਮਾਈਂਡ 'ਚ ਆਉਂਦਾ ਨਾ, ਗਲਾਸ ਜਿਵੇਂ ਸ਼ੀਸ਼ਾ ਜਿਹਨੂੰ ਕਹਿੰਦੇ ਕੰਚ ਦਾ ਗਲਾਸ, ਪਾਣੀ ਕੰਚ ਵਾਲਾ ਪਾਣੀ, ਗਲਾਸ ਪਾਣੀ ਪੀਂਦੇ ਆਪਾਂ, ਠੀਕ ਹੈ, ਉਹਦੀ ਗੱਲ ਕਰ ਰਹੇ ਹਾਂ, ਉਸ ਗਲਾਸ ਦੀ ਗੱਲ ਕਰ ਰਹੇ ਹਾਂ, ਠੀਕ ਹੈ। ਹੁਣ ਉਸ ਜੇ ਵਿੰਡੋ ਪੇਨਸ ਹੋ ਗਈਆਂ, ਜਿਹੜੇ ਸ਼ੀਸ਼ੇ ਲੱਗੇ ਹੁੰਦੇ ਦਰਵਾਜ਼ੇ ਤੇ, ਉਹ ਆਪਣੇ ਕੋਲ ਕੀ ਹੈ, ਗਲਾਸ ਕੈਟੇਗਰੀ 'ਚ ਆ ਗਏ। ਹੁਣ ਇਹ ਜੋ ਗਲਾਸ ਹੈ ਇਹ ਸੌਫਟ ਤਾਂ ਨਹੀਂ ਹੁੰਦਾ, ਇਹਨੂੰ ਮੋੜ ਸਕਦੇ ਆਪਾਂ, ਨਹੀਂ ਮੋੜ ਸਕਦੇ। ਪਲਾਸਟਿਕ ਨੂੰ ਮੋੜ ਸਕਦੇ, ਰਬੜ ਨੂੰ ਮੋੜ ਸਕਦੇ, ਪਰ ਗਲਾਸ ਨੂੰ ਆਪਾਂ ਮੋੜ ਨਹੀਂ ਸਕਦੇ। ਫਿਰ ਆਪਾਂ ਇਹਨੂੰ ਅਮਰਫਸ ਕਿਉਂ ਲਿਖਤਾ, ਕਿਉਂਕਿ ਗਲਾਸ ਦੀ ਜਿਹੜੀ ਟੈਂਡੈਂਸੀ ਹੈ ਉਹ ਫਲੋ ਕਰਨ ਦੀ ਹੈ। ਗਲਾਸ ਜਿਹੜਾ ਉਹ ਕੀ ਕਰਦਾ, ਫਲੋ ਕਰਦਾ। ਕਿਵੇਂ ਫਲੋ ਕਰਦਾ, ਅਗਰ ਤੁਸੀਂ ਆਪਣੀ ਕਿਸੇ ਵੀ ਮਤਲਬ ਅਗਰ ਤੁਸੀਂ ਦੇਖੋ ਕਿ ਓਲਡ ਬਿਲਡਿੰਗਸ ਜਿਹੜੀਆਂ ਹੁੰਦੀਆਂ ਨੇ, ਬਹੁਤ ਪੁਰਾਣੀਆਂ ਬਿਲਡਿੰਗਸ ਹੋਣ, ਉਹਦੇ ਵਿੱਚ ਵਿੰਡੋ ਪੇਨਸ ਲੱਗੇ ਹੋਣ, ਓਲਡ ਬਿਲਡਿੰਗਸ ਦੀਆਂ ਜਿਹੜੀਆਂ ਓਲਡ ਬਿਲਡਿੰਗਸ ਦੀਆਂ ਵਿੰਡੋ ਪੇਨਸ ਹੋਣਗੀਆਂ, ਵਿੰਡੋ पेन्स ऑफ ओल्ड बिल्डिंग्स अगर तुम चेक करोगे तो ओदी कुछ इस तरह शेप होंगी है। यह शेप का कहने मतलब की है, उपरों दी ग्लास की होएगा, पतला होएगा, नीचे चल जाते जाते वो मोटा होना शुरू हो जाता, थिक होना शुरू हो जाता है। उपरों की होएगा, पतला होएगा, नीचे मोटा होना शुरू हो जाएगा। ਇਹਦਾ रीज़न की है, मैं इतने टर्म यूज़ की ओल्ड बिल्डिंग्स की विंडो पेन्स। ये नहीं कि हुणी अज असीं लाइए तो कल वो उपरों दी पतला तो नीचों मोटा हो जाएगा, इदा नहीं होएगा। ग्लास फ्लो करता है, बट ये फ्लो करने की स्पीड की बहुत स्लो है, ताही असीं ओल्ड बिल्डिंग्स दी विंडो पेन चुकिया ने, क्योंकि उन्होंने बहुत टाइम हो चुका होगा। वह ग्लास हौली हौली फ्लो करता होया नीचों की हो जाएगा, थिक हो जाएगा, उपरों की रह जाएगा, थिन हो जाएगा। ਇਹਦਾ मतलब ग्लास ਜਿਹੜਾ अपनी वेट के अकॉर्डिंग की हो रहा है, फ्लो कर रहा है। फ्लो मतलब नीचे मूव कर रहा है, ठीक है, जिहदी वजह नाल ਇਹਦੀ नीचे वाली थिकनेस की हो जाएगी, इंक्रीज हो जाएगी, ऊपर वाली ਜਿਹੜੀ ਉਹ ਕੀ ਹੋਏਗੀ, घट जाएगी। तो ਇਹਨੂੰ ਆਪਾਂ ਕਹਿੰਦੇ ਆ ਕਿ ਗਲਾਸ ਦੀ ਟੈਂਡੈਂਸੀ ਹੈ ਫਲੋ ਕਰਨ ਦੀ। ਇਹਦਾ मतलब ਇਹਦੇ ਵੀ ਪਾਰਟੀਕਲਸ ਇਰਰੈਗੂਲਰ ਜਦੋਂ ਫਲੋ ਕਰਨਗੇ, ਇਰਰੈਗੂਲਰ ਕੀ ਹੋਣਗੇ, ਅਰੇਂਜ ਹੋਣਗੇ। ਜੇ ਰੈਗੂਲਰ ਹੁੰਦੇ, ਮੈਂ ਤੁਹਾਨੂੰ ਦੱਸੀ ਸੀ ਰੈਗੂਲਰ ਅਰੇਂਜਮੈਂਟ ਹੈ ਤਾਂ ਫਲੋ ਨਹੀਂ ਹੋਣਾ ਸੀ। ਆਪਾਂ ਪੜ੍ਹਦੇ ਹਾਂ ਸੋਲਿਡ ਫਲੋ ਨਹੀਂ ਕਰਦੇ, ਇਹਦਾ मतलब ਇੱਥੇ ਫਲੋ ਜਿਹੜਾ ਹੈ ਉਹ ਪੋਸੀਬਲ ਨਹੀਂ ਹੈ। ਬਟ ਅਮਰਫਸ ਸੋਲਿਡ ਦੇ ਵਿੱਚ ਜਿਹੜਾ ਗਲਾਸ ਹੈ ਉਹਦੇ ਵਿੱਚ ਪਾਰਟੀਕਲ ਜਿਹੜੇ ਉਹ ਫਲੋ ਕਰ ਸਕਦੇ ਆ, ਗਲਾਸ ਜਿਹੜਾ ਫਲੋ ਕਰ ਸਕਦਾ ਹੈ। ਇਸ ਲਈ ਆਪਾਂ ਇਹਨੂੰ ਵਰਡ ਯੂਜ਼ ਕਰਦੇ ਹਾਂ, these are pseudo solids, these are pseudo solids। ਆ ਟਰਮ ਜਿਹੜੀ ਯੂਜ਼ ਕਰ ਰਹੇ ਆ pseudo, ਇਹਨੂੰ ਪ੍ਰੋਨਾਂਸ ਕਿਵੇਂ ਕਰਾਂਗੇ, pseudo, p ਤੋਂ ਨਹੀਂ ਬੋਲਣਾ, p ਸਾਇਲੈਂਟ। pseudo solids ਜਿਹੜੇ pseudo solids ਹੈ ਇਹਨੂੰ ਆਪਾਂ ਬੋਲਦੇ ਆ, pseudo मतलब ਹੁੰਦਾ false, false मतलब ਝੂਠ, ਸੱਚ ਨਾ ਹੋਵੇ ਜਿਹੜਾ, ਠੀਕ ਹੈ। ਇਹਦਾ मतलब ਇਹ ट्रू सॉलिड नहीं है। ट्रू सॉलिड की होंगे, चीनी होगी, नमक हो गया या आयरन हो गया, लोहा हो गया, वो ट्रू सॉलिड्स आते हैं। बट दीज जो ग्लास है इन्हों आप बोलते स्यूडो सॉलिड। ये है तो सॉलिड ही है, बट ओदियां प्रॉपर्टीज जो रियल सॉलिड की प्रॉपर्टी होंगी उस तो थोड़ी की है अलग ने। क्यों? क्योंकि ये फ्लो कर सकता है। ये फ्लो करने की प्रॉपर्टी की होंगी है लिक्विड ते गैस की, सॉलिड की प्रॉपर्टी नहीं है। इस तरह इतने टर्म यूज़ की है स्यूडो सॉलिड। स्यूडो मतलब होंगे फॉल्स, ये नकली सॉलिड ने, ठीक है। और दूजा अपन की कह सकते हैं, दीज आर ऑल्सो नोन एज सुपर कूल्ड लिक्विड्स। अपन होर की कहते हैं, सुपर कूल्ड लिक्विड। ये मैं जो लिखता है ये मैं ग्लास बारे एक्सप्लेन कर रही हूँ। ग्लास जो आप बोलते हैं सुपर कूल्ड लिक्विड। क्यों? क्योंकि लिक्विड जो फ्लो करता है, जो आप कूलिंग दे देंगे सुपर कूल्ड लिक्विड मतलब की है लिक्विड इन्नी कूलिंग दी हुई तेरे को सॉलिड च कन्वर्ट हो चुका है। और जो सॉलिड है वो देखने तो सानू सॉलिड लग रहा है, बट वो प्रॉपर्टीज किहड़ियां ने लिक्विड वाली ही ने, जिवें फ्लो करने टेंडेंसी हले भी उहदी हैगी है, ठीक है। तो आह तुहाडे कोल की हो गया क्रिस्टलाइन, आ की हो गया अमरफस। अमरफस दी मैं तुहानू 3 एग्जांपल दित्तियां ने, प्लास्टिक, रबर और ग्लास। जो प्लास्टिक है ਉਹਦੀ एग्जांपल तुहानू डेली वेयर यूज़ करते हो, जिन्हें भी बोटल्स हो गए, स्क्वीज बोटल्स हो गई, या फिर प्लास्टिक पेन होंगे ने, कितनी सारी चीज़ां आप यूज़ करते हैं। रबर भी आप डेली यूज़ करते हैं, कितने यूज़ करते हैं, शू सोल्स होंगे है, ठीक है। टायर्स होंगे कि बने होंगे, रबर के बने होंगे है। ग्लास विंडो पेन्स यूज़ होंगे, लैब के विच तुसीं ग्लास यूज़ करते हो, जिन्नी भी चीज़ां ग्लास दी बनदियां ने, ठीक है। हाउस फेयर्स विच घरे जिन्नी आपां विंडो पेन्स वगैरह लगाने या ग्लास के भी गेट वगैरह भी लगाने, डोर्स वगैरह भी लगाने, उस आप ग्लास का यूज़ करते हैं। मतलब ये डेली लाइफ में अमरफस सॉलिड का बहुत यूज़ है, ठीक है। नो डाउट क्रिस्टलाइन का भी यूज़ है। क्रिस्टलाइन सॉलिड्स अपने को किहड़े हो गए, हुण एग्जांपल्स इन्हां दी भी पढ़ लेंदे आ। ट्रू सॉलिड्स है, दीज आर ट्रू सॉलिड्स, इन्हूं आपां की बोलते हैं
सॉलिड्स, बट अमorphous सॉलिड्स आर स्यूडो सॉलिड्स। और नकली सॉलिड्स ने बट एक ही है ट्रू सॉलिड, मतलब असली सॉलिड्स ने। ਹੁਣ ਇਹਦੇ ਵਿੱਚ एग्जाम्पल की है अपने को, कोई भी एग्जाम्पल ਤੁਸੀਂ ਲੈ ਸਕਦੇ हो। नमक दी ਜਿਹੜਾ ਆਪਾਂ ਖਾਂਦੇ ਆ NaCl, ठीक है। ਸ਼ੂਗਰ ਕਿਊਬਸ ਦੀ एग्जाम्पल ਲੈ ਸਕਦੇ ਹੋ। ਕ੍ਰਿਸਟਲਸ ਹੁੰਦੇ ਸ਼ੂਗਰ ਦੇ ਕ੍ਰਿਸਟਲਸ, ਚੀਨੀ ਦੇ ਕ੍ਰਿਸਟਲਸ, ठीक है। ਹੋਰ ਤੁਸੀਂ ਗੋਲਡ ਲੈ ਸਕਦੇ ਹੋ, ठीक है, डायमंड ਲੈ ਸਕਦੇ ਹੋ, ठीक है। ਇਹ ਸਾਰੀ ਜਿਹੜੀ एग्जाम्पल्स ਹੈਗੀਆਂ ਨੇ, ਆਇਰਨ ਲੈ ਸਕਦੇ, ਲੋਹਾ ਲੈ ਸਕਦੇ ਹੋ, ਕੋਪਰ ਲੈ ਸਕਦੇ ਹੋ। ਇਹ ਸਾਰੇ ਜਿਹੜੇ ਸੋਲਿਡ ਉਹ ਕਿੱਚ ਆ ਜਾਂਦੇ ਆ ਕ੍ਰਿਸਟਲਾਈਨ, ਜਿਹੜੇ ਆਪਣੇ ਕੋਲ ਜਿਨ੍ਹਾਂ ਦੀ ਫਲੋ ਕਰਨ ਦੀ ਟੈਂਡੈਂਸੀ ਨਹੀਂ ਹੁੰਦੀ, ਠੀਕ ਹੈ। ਤੇ ਆਹ ਕ੍ਰਿਸਟਲਾਈਨ ਸੋਲਿਡਸ ਹੋ ਗਏ, ਇਹ ਅਮorphous ਸੋਲਿਡ ਹੋ ਗਏ। ਇਹ ਤਾਂ ਆਪਾਂ ਸਿਰਫ ਅਰੇਂਜਮੈਂਟ ਆਫ ਪਾਰਟੀਕਲ ਦੇ ਬੇਸਿਸ ਤੇ ਆਪਾਂ ਇਹਨਾਂ ਨੂੰ ਕੀ ਕੀਤਾ, ਕਲਾਸੀਫਾਈ ਕੀਤਾ। ਉਹਦੇ ਵਿੱਚ ਆਪਾਂ ਇੱਕ ਪੁਆਇੰਟ ਪੜ੍ਹਿਆ ਕਿ these are orderly arranged but these are irregularly arranged, ਠੀਕ ਹੈ। ਹੁਣ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਹੋਰ ਇਹਦੀ ਪ੍ਰੋਪਰਟੀ ਸਟੱਡੀ ਕਰੀਏ, ਮੈਂ ਇਹਨਾਂ 'ਚ ਬੋਲਿਆ ਕਿਉਂਕਿ ਇਹ ਆਰਡਰਲੀ ਅਰੇਂਜ ਨੇ, ਇਹਦਾ ਮਤਲਬ ਇਹਨਾਂ 'ਚ ਇੰਟਰਮੋਲਕੂਲਰ ਫੋਰਸਿਸ ਕੀ ਹੈ, ਸਟਰੋਂਗ ਹੈ, ਇੱਕ ਦੂਜੇ ਨੂੰ ਸਟਰੋਂਗਲੀ ਪਕੜ ਕੇ ਰੱਖਣਗੇ। ਜੇ ਸਟਰੋਂਗਲੀ ਪਕੜ ਕੇ ਰੱਖਣਗੇ ਇਹਦਾ ਮਤਲਬ ਮੈਨੂੰ ਇਹਨੂੰ ਮੈਲਟ ਕਰਨ ਵਾਸਤੇ ਕੀ ਚਾਹੀਦਾ, ਹਾਈ ਟੈਂਪਰੇਚਰ ਚਾਹੀਦਾ। ਮੈਨੂੰ ਇਹਨੂੰ ਮੈਲਟ ਕਰਨ ਵਾਸਤੇ ਜ਼ਿਆਦਾ ਟਾਈਮ ਲੱਗੂਗਾ। ਹੁਣ ਮੈਂ ਇੱਕ ਸਾਈਡ ਤੇ ਆਇਰਨ ਲੈ ਰਹੀ ਹਾਂ, ਇੱਕ ਸਾਈਡ ਤੇ ਮੈਂ ਪਲਾਸਟਿਕ ਲੈ ਰਹੀ ਹਾਂ, ਕਿਹਨੂੰ ਜਲਦੀ ਮੈਲਟ ਕਰ ਲੂੰਗੀ, ਆਫਕੋਰਸ ਪਲਾਸਟਿਕ ਨੂੰ। ਕਿਹਨੂੰ, ਪਲਾਸਟਿਕ ਨੂੰ। ਪਲਾਸਟਿਕ ਆਪਾਂ ਜਲਦੀ ਮੈਲਟ ਕਰ ਸਕਦੇ ਹਾਂ, ਬਟ ਲੋਹੇ ਨੂੰ ਮੈਲਟ ਕਰਨ ਨੂੰ ਕੀ ਲੱਗੇਗਾ, ਟਾਈਮ ਲੱਗੇਗਾ, ਠੀਕ ਹੈ। ਤੇ ਇਹਦਾ ਮਤਲਬ ਕੀ ਹੈ, ਆਪਣੇ ਕੋਲ ਕ੍ਰਿਸਟਲਾਈਨ ਸੋਲਿਡਸ ਹੈ, ਇਹਨਾਂ ਦਾ ਮੈਲਟਿੰਗ ਪੁਆਇੰਟ ਕੀ ਹੁੰਦਾ, ਸ਼ਾਰਪ ਹੁੰਦਾ। ਥੀਸ ਹੈਵ ਸ਼ਾਰਪ ਮੈਲਟਿੰਗ ਪੁਆਇੰਟ। ਮੈਲਟਿੰਗ ਪੁਆਇੰਟ ਕੀ ਹੋਏਗਾ ਇਹਨਾਂ ਦਾ, ਮੈਲਟਿੰਗ ਪੁਆਇੰਟ ਕੀ ਹੁੰਦਾ, ਮੈਲਟ ਕਰ ਜਿਸ ਟੈਂਪਰੇਚਰ ਤੇ ਸੋਲਿਡ ਤੋਂ ਗੈਸ ਕਨਵਰਟ ਹੁੰਦੇ, ਮੈਲਟਿੰਗ ਪੁਆਇੰਟ ਇਹਨਾਂ ਦਾ ਕੀ ਹੈ, ਸ਼ਾਰਪ ਹੈ। बट अगर यही अमorphous सॉलिड का लिए डू नॉट हैव शार्प मेल्टिंग पॉइंट और यू कैन से मॉडरेट मेल्टिंग पॉइंट। आप टर्म यूज कर लेंगे मॉडरेट मेल्टिंग पॉइंट। अगर तुम नहीं लिखना डू नॉट हैव शार्प मेल्टिंग पॉइंट, तुम की यूज कर सकते हो मॉडरेट। ये कंपेरिजन ये भी लिख सकते हैं दीज हैव लो मेल्टिंग पॉइंट दैन क्रिस्टलाइन सॉलिड्स। क्रिस्टलाइन सॉलिड नालों इन्हां दा मेल्टिंग पॉइंट की होएगा, घट होएगा, ठीक है। इन्हां च डिफरेंस सैकेंड डिफरेंस की आ सकता है, मेल्टिंग पॉइंट के बेसिस से आ सकता है। और अगर आप स्टडी करिए, अगर आप नैक्सट देखिए क्रिस्टलाइन सॉलिड्स की गल करिए, फर्स्ट पॉइंट से पढ़ा सीगा, फर्स्ट आप की पढ़ा सी अरेंजमेंट ऑफ पार्टिकल्स के बेसिस से, ठीक है। अरेंजमेंट के बेसिस से फर्स्ट पॉइंट पढ़ा सीगा, सेम ही आया ना अरेंजमेंट के बेसिस से, ठीक है। बट सैकेंड आप पॉइंट की पढ़िया, मेल्टिंग पॉइंट पढ़िया। इत्थे आप सैकेंड पॉइंट की पढ़िया मेल्टिंग पॉइंट। इहदा मेल्टिंग पॉइंट की है, लो है, इन्हां दा की हुंदा है, हाई हुंदा है। रेगुलर अरेंजमेंट हुंदा है, इन्हां दा की होएगा इररेगुलर अरेंजमेंट, ठीक है। ये दो पॉइंट्स आप स्टडी कीते हैं। थर्ड आप गल कर रहे सीगे, एक ही है ट्रू सॉलिड्स, एक ही है स्यूडो सॉलिड्स। थर्ड पॉइंट आप की पढ़ा सी दीज आर ट्रू सॉलिड्स एंड दीज आर स्यूडो सॉलिड्स। उस तो बाद आप फोर्थ पॉइंट पढ़ते हैं दीज आर लॉन्ग रेंज ऑर्डर। इन्हां दा की हुंदा है, लॉन्ग रेंज ऑर्डर हुंदा है, क्योंकि ये रेगुलरली अरेंज्ड है पार्टिकल्स इक्को लाइन पूरी, मतलब पूरे क्रिस्टल दे विच वही अरेंजमेंट जिहड़ा चलदा रहेगा। मतलब अपने कोल अरेंजमेंट की इन्हां दा रेगुलर है ना, ये रेगुलर अरेंजमेंट पूरे क्रिस्टल च मिलेगा, ठीक है। इसलिए आप बोलते हैं लॉन्ग रेंज ऑर्डर। पूरे क्रिस्टल दे विच अरेंजमेंट जिहड़ा पार्टिकल्स है वो की मिलेगा, सेम मिलेगा, इसलिए आप टर्म यूज कर रहे हैं लॉन्ग रेंज ऑर्डर, ठीक है। बट ये की है शॉर्ट रेंज ऑर्डर। शॉर्ट रेंज ऑर्डर क्यों, क्योंकि इन्हां दे विच की इररेगुलरिटी आ जाती है। थोड़ी देर लिए तो सेम ऑर्डर चलता है, फिर थोड़ी देर बाद रेगुलरिटी का रहिंदी नहीं, उस की होंदा है इररेगुलरिटी आ जाती है, मतलब थोड़ा ऑर्डर चेंज हो जाता है, फिर थोड़ी देर बाद फिर चेंज हो जाता है, मतलब कि थोड़ा टाइम पीरियड बाद वह होंदा है ऑर्डर चेंज हो जाता है। इसका मतलब कि सेम ऑर्डर थोड़े टाइम तक चलेगा, इन्हूं बोलते शॉर्ट रेंज। इसका सेम ऑर्डर लॉन्ग टाइम नहीं चलेगा, इन्हूं बोलते लॉन्ग रेंज ऑर्डर। ये पार्टिकल्स के अरेंजमेंट के बेसिस अपन क्लासीफाई कर रहे हैं, ठीक है। अगर फिफ्थ पॉइंट लीए, फिफ्थ पॉइंट के आप लेंगे आइसोट्रॉपी और एन आइसोट्रॉपिक प्रॉपर्टी। दीज आर एन आइसोट्रॉपिक नेचर, एन आइसोट्रॉपिक प्रॉपर्टी होंदी इन्हां दी, और इन्हां दी की होंदे आ आइसोट्रॉपिक। हुण टर्म आप यूज की है एन आइसोट्रॉपिक और आइसोट्रॉपिक। इसका मतलब की है, एन आइसो का मतलब की है और आइसो का मतलब की है। मैं अगर एक सिंपल जी एग्जांपल लवां क्रिस्टलाइन सॉलिड्स की,
ਇਹ ਪਾਰਟੀਕਲਸ ਵੈਸੇ ਆਪਣੇ ਕੋਲ ਬਹੁਤ ਕਲੋਜ਼ਲੀ ਪੈਕਡ ਹੁੰਦੇ ਨੇ। ਇਹਨਾਂ ਆਪਾਂ ਇੱਦਾਂ ਕੰਸੀਡਰ ਕੀਤਾ ਇੱਕ ਲੇਅਰ ਦੇ ਵਿੱਚ ਆ 3 ਪਾਰਟੀਕਲਸ ਪ੍ਰੈਜ਼ੈਂਟ ਹੈ, ਠੀਕ ਹੈ। ਇਹਨਾਂ ਪਾਰਟੀਕਲਸ ਆਹ ਵਾਲੀ ਫਰਸਟ ਲੇਅਰ ਔਰ ਸੈਕਿੰਡ ਲੇਅਰ ਦੇ ਵਿੱਚ ਇੱਕ ਹੋਰ ਲੇਅਰ ਆ ਰਹੀ ਪਾਰਟੀਕਲਸ ਦੀ, ਠੀਕ ਹੈ। ਫਰਸਟ ਲੇਅਰ ਆ ਗਈ, ਸੈਕਿੰਡ ਲੇਅਰ ਆ ਵਾ, ਇਹਨਾਂ ਦੋਨਾਂ ਦੇ ਵਿਚਕਾਰ ਆ ਸੈਂਟਰ ਦੇ ਵਿੱਚ ਕੀ ਹੈ, ਹੋਰ ਪਾਰਟੀਕਲਸ ਪ੍ਰੈਜ਼ੈਂਟ ਹੈ। ਸਿਮਿਲਰਲੀ ਇੱਥੇ ਵੀ ਪ੍ਰੈਜ਼ੈਂਟ ਹੋਣਗੇ, ਠੀਕ ਹੈ। ਹੁਣ ਦੇਖੋ ਮੈਂ ਇਸ ਤਰ੍ਹਾਂ ਆ ਰਹੀ ਹਾਂ, ਇਸ ਡਾਇਰੈਕਸ਼ਨ 'ਚ, ਇਸ ਡਾਇਰੈਕਸ਼ਨ 'ਚ ਆਈ, ਮੇਰੇ को ਕਿਹੜੇ ਪਾਰਟੀਕਲਸ ਆ ਰਹੇ ਆ, ਫਰਸਟ ਸੈਕਿੰਡ ਥਰਡ, ਇਹਨਾਂ ਦੇ ਵਿਚਕਾਰ ਕੋਈ ਪਾਰਟੀਕਲਸ ਆ ਰਹੇ ਆ, ਸੈਂਟਰ 'ਚ ਆ ਰਹੇ ਆ। ਦੋ ਐਟਮਸ ਦੇ ਵਿਚਕਾਰ ਕੋਈ ਐਟਮ ਆ ਰਿਹਾ, ਨਹੀਂ ਆ ਰਿਹਾ। ਇਹਨਾਂ ਦੋਨਾਂ ਦੇ ਵਿਚਕਾਰ ਆ ਰਿਹਾ, ਨਹੀਂ ਆ ਰਿਹਾ। ਜੋ ਮੈਂ ਇਸ ਡਾਇਰੈਕਸ਼ਨ ਜਾ ਰਹੀ ਹਾਂ ਇਹਨੂੰ ਬੋਲਦੇ A to A ਡਾਇਰੈਕਸ਼ਨ, A to A ਡੈਸ਼ ਡਾਇਰੈਕਸ਼ਨ ਜਾ ਰਹੀ ਹਾਂ, ਮੇਰੇ को ਆਹੀ ਸਿਰਫ ਪਾਰਟੀਕਲਸ ਮਿਲ ਰਹੇ ਆ, ਠੀਕ ਹੈ। ਹੁਣ ਮੈਂ ਇਹਨੂੰ ਇਸ ਡਾਇਰੈਕਸ਼ਨ 'ਚ ਲੈ ਲੈਂਦੀ ਹਾਂ, ਇਹਨੂੰ B ਲੈ ਲੈਂਦੇ ਹਾਂ, ਇਹਨੂੰ B ਡੈਸ਼ ਲੈ ਲੈਂਦੇ ਹਾਂ। ਹੁਣ ਦੇਖੋ ਦੋ ਪਾਰਟੀਕਲਸ ਦੇ ਵਿਚਕਾਰ ਛੋਟੇ ਪਾਰਟੀਕਲਸ ਨਜ਼ਰ ਆ ਰਹੇ ਆ, ਦੋ ਪਾਰਟੀਕਲਸ ਦੇ ਵਿਚਕਾਰ ਛੋਟੇ ਪਾਰਟੀਕਲ ਨਜ਼ਰ ਆ ਰਹੇ ਆ। ਹੁਣ ਦੇਖੋ ਮੈਂ ਜਦੋਂ ਡਾਇਰੈਕਸ਼ਨ ਇਸ ਸਾਈਡ ਤੇ ਲਿੱਤੀ ਸੀ ਤਾਂ ਪਾਰਟੀਕਲਸ ਕੀ ਸੀਗੇ, ਅਲੱਗ ਤਰ੍ਹਾਂ ਦੇ ਸੀਗੇ। ਜੋ ਮੈਂ ਡਾਇਰੈਕਸ਼ਨ ਚੇਂਜ ਕਰਤੀ ਹੁਣ ਪਾਰਟੀਕਲਸ ਕੀ ਹੈ, ਅਲੱਗ ਤਰ੍ਹਾਂ ਦੇ ਆ ਰਹੇ ਆ। ਇਹਦਾ ਮਤਲਬ ਅਲੱਗ-ਅਲੱਗ ਡਾਇਰੈਕਸ਼ਨ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਪ੍ਰੋਪਰਟੀ ਸ਼ੋ ਕਰ ਰਿਹਾ। ਡਿਫਰੈਂਟ ਡਾਇਰੈਕਸ਼ਨ 'ਚ ਪ੍ਰੋਪਰਟੀਜ਼ ਵੀ ਕੀ ਹੈ, ਡਿਫਰੈਂਟ ਪ੍ਰੋਪਰਟੀਜ਼ in different directions, in different directions, very very important कि अलग अलग डायरेक्शन प्रॉपर्टीज भी की आ रही है, अलग अलग आ रही है। ਇਹਦੇ ਵਿੱਚ ਕੀ ਸਿਰਫ 1 2 3 ਪਾਰਟੀਕਲਸ ਆ ਰਹੇ ਸੀ, ਬਟ ਹੁਣ ਕਿੰਨੇ ਆ ਰਹੇ 1 2 3 4 5 ਪਾਰਟੀਕਲਸ ਆ ਰਹੇ ਆ। अगर मैं डायरेक्शन चेंज करती तो पार्टिकल्स का नंबर भी चेंज हो गया या पार्टिकल्स का ऑर्डर भी चेंज हो गया, ठीक है। अरेंजमेंट ਜਿਹੜੇ नंबर ऑफ पार्टिकल्स है ਉਹਨਾਂ ਦਾ अरेंजमेंट भी हो गया, चेंज हो गया। मतलब डिफरेंट प्रॉपर्टीज शो करेगा। ਕਿਹੜੀਆਂ प्रॉपर्टीज, ਕਿਹੜੀਆਂ ਹੋ ਸਕਦੀ प्रॉपर्टीज, इलैक्ट्रिक कंडक्टेंस हो सकती है, इलैक्ट्रिकल कंडक्टिविटी ਜਿਹਨੂੰ ਆਪਾਂ ਬੋਲਦੇ ਆ, इलैक्ट्रिक कंडक्टिविटी, या फिर रिफ्रैक्टिव इंडेक्स ਆਪਾਂ टर्म यूज करते हैं, रिफ्रैक्टिव इंडेक्स, रिफ्रैक्टिव इंडेक्स। रिफ्रैक्टिव इंडेक्स ਤੁਸੀਂ ਸ਼ਾਇਦ ਸੁਣਿਆ ਹੋਊਗਾ। रिफ्रैक्टिव इंडेक्स ਕੀ ਹੁੰਦਾ ਹੈ, ਇਹ ਜਿਹੜਾ ਆਪਣੇ ਕੋਲ ਕੀ ਹੈ, ਪਾਰਟੀਕਲਸ ਦੇ ਨੰਬਰ ਦੇ ਉੱਤੇ ਡਿਪੈਂਡ ਕਰ ਰਿਹਾ। ਹੁਣ ਦੇਖੋ ਇਸ ਤੇ ਪਾਰਟੀਕਲਸ ਜਿਹੜੀ ਹੈ ਉਹ ਘੱਟ ਨੇ, ਜੇ ਪਾਰਟੀਕਲਸ ਘੱਟ ਨੇ ਇਹਦਾ ਮਤਲਬ ਇਹ 'ਚੋਂ ਜੋ ਲਾਈਟ ਪਾਸ ਕਰੇਗੀ ਆਰਾਮ ਨਾਲ ਕਰ ਜਾਏਗੀ। ਬਟ ਇੱਥੇ ਕੀ ਹੈ, ਪਾਰਟੀਕਲ ਜ਼ਿਆਦਾ ਨੇ, ਇੱਥੋਂ ਜਦੋਂ ਲਾਈਟ ਪਾਸ ਕਰੇਗੀ ਤਾਂ ਲਾਈਟ ਨੂੰ ਪਹਿਲਾਂ ਪਾਰਟੀਕਲਸ ਨੂੰ ਫੇਸ ਕਰਨਾ ਪਊਗਾ। ਉਹਦਾ ਮਤਲਬ ਕੀ ਹੈ, ਲਾਈਟ ਜਿਹੜੀ ਉਹਦੀ ਡਾਇਰੈਕਸ਼ਨ ਮੇ ਵੀ ਚੇਂਜ ਹੋ ਸਕਦੀ ਹੈ, ਸਪੀਡ ਕੀ ਹੋ ਸਕਦੀ ਹੈ ਲਾਈਟ ਦੀ, ਸਲੋ ਹੋ ਸਕਦੀ ਹੈ। ਤੇ ਉਹਨੂੰ ਆਪਾਂ ਕਹਿੰਦੇ ਰਿਫਰੈਕਟਿਵ ਇੰਡੈਕਸ। ਜਦੋਂ ਆਪਾਂ ਸਪੀਡ ਆਫ ਲਾਈਟ ਨੂੰ ਮੇਜਰ ਕਰਦੇ ਹਾਂ, ਜਦੋਂ ਮੂਵ ਕਰਦੀ ਹੈ ਇੱਕ ਪੋਜੀਸ਼ਨ ਤੋਂ ਦੂਜੀ, ਆਪਾਂ ਕਹਿ ਸਕਦੇ ਹਾਂ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਤੱਕ, ਵਰਡ ਯੂਜ਼ ਕਰਦੇ ਹਾਂ, ਇੱਕ ਮੀਡੀਅਮ ਟੂ ਦੂਜੇ ਮੀਡੀਅਮ ਵੱਲ ਫਲੋ ਕਰਦੀ ਹੈ। ਹੁਣ ਇਸ ਡਾਇਰੈਕਸ਼ਨ ਜਾਏਗੀ ਤਾਂ ਪਾਰਟੀਕਲਸ ਘੱਟ ਨੇ ਤਾਂ ਮੀਡੀਅਮ ਦੀ ਡੈਂਸਿਟੀ ਘੱਟ ਹੈ, ਬਟ ਇਸ ਡਾਇਰੈਕਸ਼ਨ 'ਚ ਮੀਡੀਅਮ ਦੀ ਕੀ ਹੈ, ਡੈਂਸਿਟੀ ਅਲੱਗ ਹੈ। ਤਾਂ ਅਲੱਗ-ਅਲੱਗ ਜਿਹੜੀ ਡਾਇਰੈਕਸ਼ਨ 'ਚ ਡੈਂਸਿਟੀ ਅਲੱਗ-ਅਲੱਗ ਹੈ, ਉਹਦੀ ਵਜ੍ਹਾ ਨਾਲ रिफ्रैक्टिव इंडेक्स भी की होएगा, अलग अलग तरह का होएगा। एक प्रॉपर्टी कंसीडर की है। इसी तरह इस डायरेक्शन इलैक्ट्रिकल कंडक्टिविटी कुछ होर आएगी, इस डायरेक्शन की होएगी कुछ होर आएगी। डिफरेंट डायरेक्शन के डिफरेंट प्रॉपर्टीज मिलेंगे देखने को। इन्हों बोलते एन आइसोट्रोपी, ठीक है। अगर आइसोट्रोपी की गल कर रही हाँ, आइसो का मतलब की होंगे सेम होंगे, आइसो का मतलब की होंगे सेम। ਜਿਹੜੀ ਤੁਹਾਨੂੰ ਐਨ ਆਈਸੋਟ੍ਰੋਪੀ ਪ੍ਰੋਪਰਟੀ ਮਿਲੀ ਸੀ, ਕਿਹਦੇ ਵਿੱਚ ਮਿਲੀ, ਕ੍ਰਿਸਟਲਾਈਨ ਸੋਲਿਡ, ਜਿਨ੍ਹਾਂ ਦੇ ਵਿੱਚ ਰੈਗੂਲਰ ਅਰੇਂਜਮੈਂਟ ਆਫ ਪਾਰਟੀਕਲ ਹੈ। ਬਟ ਇਹਨਾਂ ਦੇ ਕੋਲ ਕੀ ਇਰਰੈਗੂਲਰ ਅਰੇਂਜਮੈਂਟ ਹੈ, ਕਿੱਥੇ ਕੁਝ ਰਿਪੀਟ ਹੋ ਜਾ ਰਿਹਾ, ਕਿਤੇ ਕੁਝ ਰਿਪੀਟ ਹੋ ਜਾ ਰਿਹਾ। ਜੋ ਤੁਸੀਂ ਅਲੱਗ-ਅਲੱਗ ਡਾਇਰੈਕਸ਼ਨ 'ਚ ਪ੍ਰੋਪਰਟੀਜ਼ ਦੇਖੋਗੇ ਉਹ ਕੀ ਆਉਣਗੇ, ਸੇਮ ਹੀ ਆਉਣਗੀਆਂ, ਪ੍ਰੋਪਰਟੀ ਚੇਂਜ ਨਹੀਂ ਹੋਣਗੀਆਂ। ਡਿਫਰੈਂਟ ਡਾਇਰੈਕਸ਼ਨ ਪ੍ਰੋਪਰਟੀਜ਼ ਕੀ ਰਹਿਣਗੀਆਂ, ਡਿਫਰੈਂਟ डायरेक्शन but same properties, very very important कि प्रॉपर्टीज की रहनगियां सेम रहनगियां बट डायरेक्शन की हो चुकी है, डिफरेंट हो चुकी है। ਇਹਦੇ ਵਿੱਚ ਕੀ ਹੈ, ਐਨ ਆਈਸੋਟ੍ਰੋਪੀ ਕਿਉਂ ਆਈ, ਕਿਉਂਕਿ ਰੈਗੂਲਰ ਅਰੇਂਜਮੈਂਟ ਸੀ। ਰੈਗੂਲਰ ਦੇ ਵਿੱਚ ਕੀ ਹੈ, ਇਸ ਤਰ੍ਹਾਂ ਹੀ ਪਾਰਟੀਕਲਸ ਦਾ ਅਰੇਂਜਮੈਂਟ ਹੋਏਗਾ, ਅਲੱਗ-ਅਲੱਗ ਡਾਇਰੈਕਸ਼ਨ ਜਾਵਾਂਗੇ, ਅਲੱਗ-ਅਲੱਗ ਤਰ੍ਹਾਂ ਦੀ ਮਿਲਣਗੀਆਂ। ਇਹਦੇ ਕੋਲ ਪਹਿਲੀ ਡਿਸਆਰਡਰ ਜਿਹਾ ਕ੍ਰੀਏਟ ਹੋਇਆ ਜਿੱਦਾਂ ਮਰਜ਼ੀ ਚੱਲ ਜਾਓ, ਡੈਂਸਿਟੀ ਕੀ ਰਹੇਗੀ, ਆਲਮੋਸਟ ਸੇਮ ਰਹੇਗੀ। ਇਸ ਲਈ ਪ੍ਰੋਪਰਟੀਜ਼ ਜ਼ਿਆਦਾ ਫਰਕ ਨਹੀਂ ਆਉਂਦਾ। ਇਸ ਲਈ ਆਪਾਂ ਕੀ ਕਹਿੰਦੇ ਆ, डिफरेंट डायरेक्शन प्रॉपर्टीज की रहिंदियां सेम रहिंदियां ने, क्यों, क्योंकि इन्हां च इररेगुलरिटी ही बहुत है, ठीक है। इसलिए आप टर्म यूज करते हैं आइसोट्रोपिक इन नेचर, दीज आर एन आइसोट्रोपिक इन नेचर, ठीक है। लास्ट जो आप नैक्सट टॉपिक आ रहे दैट इज क्लीवेज की गल कर रहे हैं। हुण क्लीव करना वा पार्टिकल्स नूं या फिर कट करन लगे क्रिस्टलाइन सॉलिड नूं। आप पढ़िया सी इहदे पार्टिकल्स अरेंजमेंट की है, रेगुलर है, ठीक है। जो मैं कट करूँगी शार्प एज टूल के नाल,
कट हो जाएगा, दो प्लेन्स बिल्कुल की आ जाएंगे, क्लीन आ जाएंगे। आ 4 जोड़े एटम्स है वो एक साइड पे हो जाएंगे, आ 2 एक साइड पे हो जाएंगे। ठीक है, मतलब कि है बिल्कुल स्मूथली कट हो जाएंगे ये, और दोनों जड़े है वो की होंगे स्मूथ प्लेन्स बननगे। की बननगे च स्मूथ प्लेन्स बननगे। बट जो इनू कट करांगे ये की है पार्टिकल्स की है इरेगुलर अरेंज्ड, ਇਹਦਾ मतलब ਇਹ ਵੀ ਸਮੂਥ ਕਲੀਵੇਜ ਆਣੀ ਨਹੀਂ ਹੈ। ਜਿਹੜੇ ਪਲੇਨਸ ਆ ਉਹ ਸਮੂਥਲੀ ਨਹੀਂ ਕੱਟ ਹੋਣਗੇ, ਰਫ ਏਰੀਆਜ਼ ਆਣਗੇ ਆਪਣੇ ਕੋਲ। ਕੀ ਹੋਊਗਾ ਰਫ ਪਲੇਨਸ ਆਣਗੇ, ਇਹਦੇ ਪਲੇਨਸ ਕੀ ਹੋਣਗੇ ਰਫ ਆਣਗੇ। ਠੀਕ ਹੈ, ਔਰ ਜਦੋਂ ਤੁਸੀਂ ਕੱਟ ਕਰੋਗੇ ਇਰੈਗੂਲਰ ਅਰੇਂਜਮੈਂਟ ਆਏਗਾ। ਠੀਕ ਹੈ, ਇਹ 6 ਪੁਆਇੰਟ ਸੀਗਾ ਔਨ ਦ ਬੇਸ ਆਫ ਕਲੀਵੇਜ। एग्जाम्पल्स आप कर चुके हैं क्रिस्टल सॉलिड दियाँ। सॉल्ट की एग्जाम्पल कर सकते हो, शुगर की एग्जाम्पल कर सकते हो, आयरन की एग्जाम्पल कर सकते हो। अमरफस दे विच अपने को 3 एग्जाम्पल्स ही आंदियां ने। 3 एग्जाम्पल का मतलब ये नहीं कि प्लास्टिक लै लिया, प्लास्टिक दी बहुत सारी कैटेगरीज होंदियां ने। इदां अपने कोल ग्लास हो गया एंड थर्ड आपां की यूज़ किया सीगा रबर। ठीक है, आ तीनों जड़ियां ने अमरफस सॉलिड दे विच आ जाएंगियां, प्लास्टिक, रबर और ग्लास। तो ये अपने कोल हो गया क्रिस्टलाइन सॉलिड। ये क्योंकि अमरफस सॉलिड बहुत इंपॉर्टेंट है, ਇਹਨੂੰ ਪਤਾ ਹੋਣਾ ਚਾਹੀਦਾ, ਉਹਨੂੰ ਦੋਨਾਂ 'ਚ ਡਿਸਟਿੰਗੁਇਸ਼ ਕਰਨਾ ਆਉਣਾ ਚਾਹੀਦਾ। ਹੁਣ ਇਹਦੇ ਹੀ ਆਪਾਂ ਇੱਕ ਕੁਐਸਚਨ ਟਰਾਈ ਕਰ ਲੈਂਦੇ ਆ। ਆਪਣਾ ਕੁਐਸਚਨ ਹੈ ਕਲਾਸੀਫਾਈ ਦ ਫੋਲੋਇੰਗ ਐਜ਼ ਅਮਰਫਸ ਔਰ ਕ੍ਰਿਸਟਲਾਈਨ ਸੋਲਿਡ। ਆਪਾਂ ਹੁਣੇ ਡਿਫਰੈਂਸ ਕਰਕੇ ਹਟੇ ਆ ਕਿਹਦੇ ਵਿੱਚ ਕ੍ਰਿਸਟਲਾਈਨ ਤੇ ਅਮਰਫਸ ਸੋਲਿਡਸ। ਹੁਣ ਆਪਾਂ ਕਲਾਸੀਫਾਈ ਕਰਨਾ ਹੈ। ਇਹ ਤੁਹਾਨੂੰ ਸਾਰੇ ਆਪਾਂ ਨੂੰ ਦਿੱਤੇ ਹੋਏ ਕੰਪਾਊਂਡਸ ਜਾਂ ਮੋਲੀਕਿਊਲਸ ਦਿੱਤੇ ਹੋਏ ਆ, ਇਹਨਾਂ ਨੂੰ ਆਪਾਂ ਇਹ ਦੱਸਣਾ ਹੈ ਕਿ ਅਮਰਫਸ ਕਿਹੜਾ ਇਹਨਾਂ ਚੋਂ ਤੇ ਕ੍ਰਿਸਟਲਾਈਨ ਕਿਹੜਾ। ਹੁਣ ਦੇਖੋ ਜਿਵੇਂ ਨੈਫਥਲੀਨ ਹੈ, ਇਹਦੇ ਆਪਣੇ ਕੋਲ ਟੈਫਲੋਨ ਹੈ, ਪੋਲੀਯੂਰੇਥੇਨ ਹੈ, बेंजोइक एसिड है, पोटाशियम नाइट्रेट है, सेलोफेन है, पॉलीविनाइल क्लोराइड है, फाइबर ग्लास है, कॉपर है, जिंक सल्फाइड है। इन्हों जो ਤੁਹਾਨੂੰ ਕੀ ਪਤਾ ਕਿਹੜਾ ਅਮਰਫਸ ਸੋਲਿਡ ਹੈ ਕਿਹੜਾ ਕ੍ਰਿਸਟਲਾਈਨ ਸੋਲਿਡ ਹੈ। ਇਸ ਚੀਜ਼ ਨੂੰ ਆਪਾਂ ਕਲਾਸੀਫਾਈ ਕਰਨਾ ਹੈ। ਨੈਫਥਲੀਨ ਬੋਲ ਜਿਹੜੀਆਂ ਹੁੰਦੀਆਂ ਨੇ ਇਹ ਆਪਣੇ ਕੋਲ ਜਿਹੜੀਆਂ ਬੋਲਸ ਜਿਹੜੀ ਕ੍ਰਿਸਟਲ ਦੀ ਫਾਰਮ 'ਚ ਹੁੰਦੀ, ਕਿਸ ਫਾਰਮ 'ਚ ਹੁੰਦੀਆਂ ਨੇ ਕ੍ਰਿਸਟਲ ਦੀ ਫਾਰਮ ਦੇ ਵਿੱਚ ਹੁੰਦੀ, ਇਸ ਲਈ ਆਪਾਂ ਇਹਨੂੰ ਕੀ ਬੋਲਾਂਗੇ ਥੀਸ ਆਰ ਕ੍ਰਿਸਟਲਾਈਨ ਸੋਲਿਡ। ठीक है, ਜਿਹੜੀ ਨੈਫਥਲੀਨ ਬੋਲਸ ਹੁੰਦੀਆਂ ਉਹ ਕਿਸ ਫਾਰਮ 'ਚ ਹੁੰਦੀਆਂ ਨੇ ਕ੍ਰਿਸਟਲਸ ਦੀ ਫਾਰਮ 'ਚ ਹੁੰਦੀਆਂ, ਇਸ ਲਈ ਆਪਾਂ ਨੂੰ ਕੀ ਕਹਿੰਦੇ ਆ ਕ੍ਰਿਸਟਲਾਈਨ ਸੋਲਿਡ। ਹੁਣ ਟੈਫਲੋਨ ਹੈ, ਟੈਫਲੋਨ ਜਿਹੜਾ ਇਹ ਆਪਾਂ ਟੈਫਲੋਨ ਕਿੱਥੇ ਯੂਜ਼ ਕਰਦੇ ਜਿਹੜੇ ਨੌਨ ਸਟਿਕ ਕੰਟੇਨਰ ਆਉਂਦੇ ਆ, ਜਿਹੜੇ ਆਪਣੇ ਕੋਲ ਨੌਨ ਸਟਿਕ ਕੰਟੇਨਰ ਆਉਂਦੇ ਉਹਨਾਂ 'ਤੇ ਲੇਅਰ ਚੜੀ ਹੁੰਦੀ ਹੈ ਟੈਫਲੋਨ ਦੀ ਜਿਹੜੀ ਉਹਨੂੰ ਹੀਟ ਰੈਜ਼ਿਸਟੈਂਸ ਬਣਾਉਂਦੀ ਹੈ। ਠੀਕ ਹੈ, ਔਰ ਟੈਫਲੋਨ ਦੀ ਜਿਹੜੀ ਲੇਅਰ ਹੁੰਦੀ ਹੈ ਆਪਾਂ ਉਹਨੂੰ ਇਹ ਵੀ ਆਪਣੇ ਕੋਲ ਕੀ ਹੈ ਇਹ ਕੋਈ ਕ੍ਰਿਸਟਲ ਦੀ ਫਾਰਮ 'ਚ ਨਹੀਂ ਹੁੰਦੀ, ਇਹ ਕੀ ਹੁੰਦੀ ਹੈ ਸੌਫਟ ਸੋਲਿਡ मतलब प्लास्टिक की कैटेगरी 'ਚ आ जाती है। ठीक है, तो मतलब अपने को की है पॉलीमर्स, प्लास्टिक में टर्म यूज़ करके पॉलीमर्स की कैटेगरी च आती है कि टर्म च आती है अपने को कैटेगरी की आ जाती है पॉलीमर्स की कैटेगरी। एक कोई क्रिस्टल की फॉर्म च नहीं होंदा, इन्हों आप की बोलांगे सॉफ्ट सॉलिड दैट इज अमरफस सॉलिड। ठीक है, ये तुहानू किस फॉर्म च मिलेगा अमरफस सॉलिड क्योंकि सॉफ्ट सॉलिड होंदा। नैक्सट है पॉलीयूरेथेन, ਜਿਹੜੇ ਵੀ ਤੁਹਾਡੇ ਕੋਲ ਪੋਲੀਮਰਸ ਆ ਜਾਂਦੇ ਨੇ ਉਹ ਸਾਰੇ ਕੀ ਹੁੰਦੇ ਸੌਫਟ ਸੋਲਿਡ ਹੁੰਦੇ। ਇਹਦਾ ਮਤਲਬ ਪੋਲੀਯੂਰੇਥੇਨ ਵੀ ਆਪਣੇ ਕੋਲ ਕੀ ਹੈ ਅਮਰਫਸ ਸੋਲਿਡ, ਇਹ ਵੀ ਕੀ ਆਪਣੇ ਕੋਲ ਅਮਰਫਸ ਸੋਲਿਡ। ਨੈਕਸਟ ਇਜ਼ ਬੈਂਜ਼ੋਇਕ ਐਸਿਡ। ਬੈਂਜ਼ੋਇਕ ਐਸਿਡ ਦੇ ਆਪਾਂ ਨੂੰ ਕੀ ਮਿਲਦੇ ਕ੍ਰਿਸਟਲਸ ਮਿਲਦੇ ਆ। ਜੋ ਤੁਸੀਂ ਲੈਬ ਦੇ ਵਿੱਚ ਦੇਖੋਗੇ ਬੈਂਜ਼ੋਇਕ ਐਸਿਡ ਦੇ ਕੀ ਮਿਲਦੇ ਆ ਕ੍ਰਿਸਟਲਸ ਮਿਲਦੇ, ਇਹਦਾ ਮਤਲਬ ਇਹ ਕੀ ਹੋ ਗਿਆ ਕ੍ਰਿਸਟਲਾਈਨ ਸੋਲਿਡ। ਠੀਕ ਹੈ, ਨੈਕਸਟ ਇਜ਼ ਪੋਟਾਸ਼ੀਅਮ ਨਾਈਟ੍ਰੇਟ। ਪੋਟਾਸ਼ੀਅਮ ਨਾਈਟ੍ਰੇਟ ਵੀ ਦੇਖੋਗੇ ਕਿਸ ਫਾਰਮ 'ਚ ਮਿਲੇਗਾ ਤੁਹਾਨੂੰ ਕ੍ਰਿਸਟਲ ਦੀ ਫਾਰਮ 'ਚ ਮਿਲਣਗੇ, ਇਹਦਾ ਮਤਲਬ ਇਹ ਵੀ ਕੀ ਆਪਣੇ ਕੋਲ ਕ੍ਰਿਸਟਲਾਈਨ ਸੋਲਿਡ। ਠੀਕ ਹੈ, ਸੈਲੋਫੇਨ ਜਿਹੜੀ ਹੁੰਦੀ ਹੈ ਉਹ ਆਪਣੇ ਕੋਲ ਕੀ ਹੁੰਦੀ ਹੈ ਪਲਾਸਟਿਕ ਦੀ ਲੇਅਰਿੰਗ ਹੁੰਦੀ ਹੈ, ਇਹਨੂੰ ਆਪਾਂ ਕੀ 'ਚ ਲਵਾਂਗੇ ਸੌਫਟ ਸੋਲਿਡ दैट इज अमरफस सॉलिड। नेक्स्ट है पॉलीविनाइल क्लोराइड। पॉलीविनाइल क्लोराइड ये अपने को पॉली टर्म आ गई, इट मीनस ये भी की है पॉलीमर है, पॉलीमर की होंगे सॉफ्ट सॉलिड, एक ही आ जाएगी कैटेगरी अमरफस सॉलिड, एक ही कैटेगरी आ जाएगा अमरफस सॉलिड। फाइबर ग्लास ਜਿਹੜੇ ਹੁੰਦੇ ਨੇ ਗਲਾਸ, ਜਿੱਥੇ ਗਲਾਸ ਆ ਗਿਆ ਇਹਦਾ ਮਤਲਬ ਇਹ ਵੀ ਕੀ ਹੈ ਤੁਹਾਡੇ ਕੋਲ ਅਮਰਫਸ ਸੋਲਿਡ। ਕਾਪਰ दैट इज अ मेटल, मेटल किस फॉर्म 'ਚ ਹੁੰਦੇ ਕ੍ਰਿਸਟਲ ਦੀ ਫਾਰਮ 'ਚ ਹੁੰਦੇ, ਮਤਲਬ ਕੀ ਹੋਗੀ क्रिस्टलाइन। ठीक है, नैक्सट इज जिंक सल्फाइड है। जिंक सल्फाइड भी ਤੁਹਾਨੂੰ ਕੀ ਮਿਲਦੇ ਕ੍ਰਿਸਟਲਸ ਮਿਲਦੇ ਆ, ਇਹਦਾ ਮਤਲਬ ਇਹ ਵੀ ਕੀ ਹੋਗੀ ਕ੍ਰਿਸਟਲਾਈਨ ਸੋਲਿਡ। ਇਹ ਆਪਣੇ ਕੋਲ ਕੀ ਸੀਗਾ ਆਪਾਂ ਅਮਰਫਸ ਸੋਲਿਡ ਤੇ ਕ੍ਰਿਸਟਲਾਈਨ ਸੋਲਿਡਸ ਦੀਆਂ ਟਾਈਪਸ ਕੀਤੀਆਂ ਸੀ। ਨੈਫਥਲੀਨ ਕ੍ਰਿਸਟਲਾਈਨ ਸੋਲਿਡ, ਟੈਫਲੋਨ ਜਿਹੜਾ ਅਮਰਫਸ ਕਿਉਂਕਿ ਸੌਫਟ ਸੋਲਿਡ ਹੈ, ਪੋਲੀਯੂਰੇਥੇਨ ਪੋਲੀਮਰ ਦੀ ਕੈਟੇਗਰੀ 'ਚ ਆਏ ਸਾਰੇ ਪੋਲੀ ਵਾਲੇ ਜਿਹੜੇ ਹੁੰਦੇ ਨੇ ਟੈਫਲੋਨ ਹੋ ਗਿਆ, ਇਹ ਸਾਰੇ ਕੀ ਹੈ ਪੋਲੀਮਰਸ ਹੈ। ਪੋਲੀਮਰਸ ਕੀ ਹੁੰਦੇ ਆ ਸੌਫਟ ਸੋਲਿਡ ਹੁੰਦੇ ਨੇ, ਇਹ ਵੀ ਕੀ ਆ ਗਿਆ ਅਮਰਫਸ। ਬੈਂਜ਼ੋਇਕ ਐਸਿਡ ਲੈਬ ਦੇ ਵਿੱਚ ਤੁਹਾਨੂੰ ਕ੍ਰਿਸਟਲ ਦੀ ਫਾਰਮ 'ਚ ਮਿਲੇਗਾ ਕ੍ਰਿਸਟਲਾਈਨ, ਪੋਟਾਸ਼ੀਅਮ ਨਾਈਟ੍ਰੇਟ ਕ੍ਰਿਸਟਲ ਦੀ ਫਾਰਮ 'ਚ ਮਿਲੇਗਾ ਕ੍ਰਿਸਟਲਾਈਨ, ਸੈਲੋਫੇਨ ਪਲਾਸਟਿਕ ਦੀ ਕੈਟੇਗਰੀ ਹੈ ਅਮਰਫਸ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਣੇ ਕੋਲ ਕੈਟੇਗਰੀਜ਼ ਹੁੰਦੀਆਂ ਨੇ ਇਹਨਾਂ ਦੀਆਂ। ਪੋਲੀविनाइल क्लोराइड अमरफस सॉलिड, ठीक है क्योंकि भी क्या आ गया पॉलीमर्स की कैटेगरी च आ गया।
फाइबर ग्लास, ग्लास आ गया, ग्लास ਆਪਾਂ ਟਰਮ ਕਿਹਦੇ ਵਾਸਤੇ ਯੂਜ਼ ਕਰਦੇ ਆ, ਅਮਰਫਸ ਸੋਲਿਡ ਵਾਸਤੇ ਯੂਜ਼ ਕਰਦੇ ਆ। ਕੋਪਰ, ਕੋਪਰ ਮੈਟਲ ਹੈ, ਦੈਟ ਇਜ਼ ਕ੍ਰਿਸਟਲਾਈਨ। ਜ਼ਿੰਕ ਸਲਫਾਈਡ ਵੀ ਆਪਣੇ ਕਿਸ ਮਿਲਦੀ ਹੈ, ਕ੍ਰਿਸਟਲ ਫਾਰਮ ਚ ਕ੍ਰਿਸਟਲਾਈਨ। ਇਹ ਆਪਣੇ ਕੋਲ ਕੀ ਹੈ, ਕ੍ਰਿਸਟਲਾਈਨ ਤੇ ਅਮਰਫਸ ਸੋਲਿਡ ਦਾ ਟੌਪਿਕ ਕੰਪਲੀਟ ਹੋ ਗਿਆ। ਨੈਕਸਟ ਆਪਣੇ ਕੋਲ ਕੁਐਸਚਨ ਆਂਦਾ ਹੈ, what is difference between quartz and quartz glass? Difference between quartz and quartz glass. Quartz और quartz glass की डिफरेंस है। क्वार्ट्स और क्वार्ट्स ग्लास मेनली ये बने किते होंदे हैं, दोनों ही सिलिकॉन डाइऑक्साइड दे बने होंदे हैं, SiO2, जिहदे विच अरेंजमेंट पार्टिकल्स दा जिहड़ा हुंदा है वो SiO4 दी फॉर्म च हुंदा है। सिलिकॉन टेट्रा ऑक्साइड दी फॉर्म दे विच हुंदा है कि सिलिकॉन दे नाल दो ऑक्सीजन लगे हुए हैं, बट अरेंजमेंट कितना हुंदा है, आ सिलिकॉन दे नाल दो ऑक्सीजन लगे हुए हैं, इसी तरह इस सिलिकॉन दे नाल भी दो ऑक्सीजन लगे हुए हैं, ठीक है। इस तरह अगे भी सिलिकॉन दे नाल की लगे है ऑक्सीजन, इस तरह सारे साइड ते अपने कोल की है सिलिकॉन दे नाल ऑक्सीजन लगे हुए हैं, SiO2 SiO2 SiO2, ठीक है। बट अगर मैं देखा इस सिलिकॉन दी इहदे नाल इंटरैक्शन होएगी, ये सिलिकॉन इस ऑक्सीजन नूं अट्रैक्ट कर रहे हैं, मतलब इन्हां च कोई ना कोई फोर्सेस लग रही ने, इस सिलिकॉन दी इस ऑक्सीजन दे नाल फोर्सेस लग रही ने, ठीक है। इस तरह सारे पासे अपने कोल की लग रही ने, फोर्सेस लग रही ने, ठीक है। ये अगे कंटिन्यू जिहड़ी होणगी फोर्सेस, इस साइड ते की लग रही ने, फोर्सेस लग रही ने। हुण अगर देखो इस सिलिकॉन दे नाल कितनी ऑक्सीजन सराउंड कर रही है उन्होंने, एक सिलिकॉन नूं कितनी ऑक्सीजन सराउंड कर रही ने, 4 ऑक्सीजन सराउंड कर रही ने, इसलिए की बन गया SiO4, ठीक है। इन्हू कहते टेट्राहेड अरेंजमेंट ऑफ SiO4, मतलब एक सिलिकॉन नूं 4 ऑक्सीजन की कर रही ने, सराउंड कर रही ने। हर एक सिलिकॉन देख लो 4 ऑक्सीजन जड़ियां ने वो की कर रही ने, सराउंड कर रही ने। इस साइड से भी ऑक्सीजन होएगी, ठीक है। इन्हों बोलते हैं SiO2 है, अरेंजमेंट जो वो SiO4 की फॉर्म च मिल रहा है, टेट्राहेड अरेंजमेंट है। हुण दोनों के विच ही अपने कोल की SiO2 प्रेजेंट है, SiO4 प्रेजेंट है, बट फिर डिफरेंस की इन्होंने दोनों के विच, क्वार्ट्स ਇਹਦੇ ਵਿੱਚ ਜਿਹੜਾ ਅਰੇਂਜਮੈਂਟ ਹੋਊਗਾ ਇਹਨਾਂ ਪਾਰਟੀਕਲਸ ਦਾ ਉਹ ਕੀ ਹੋਊਗਾ, ਰੈਗੂਲਰ ਅਰੇਂਜਮੈਂਟ। ਵੈਰੀ ਵੈਰੀ ਇੰਪੋਰਟੈਂਟ, ਕੀ ਅਰੇਂਜਮੈਂਟ ਹੋਏਗਾ, ਰੈਗੂਲਰ ਅਰੇਂਜਮੈਂਟ ਹੋਏਗਾ। ਸੇਮ ਹੀ ਜਿਹੜੇ SiO2 ਔਰ SiO4 ਦਾ ਅਰੇਂਜਮੈਂਟ ਜਿਹੜਾ ਹੋਏਗਾ ਕੁਆਰਟਸ ਦੇ ਵਿੱਚ ਉਹ ਕੀ ਹੋਏਗਾ, ਇਰਰੈਗੂਲਰ ਅਰੇਂਜਮੈਂਟ। ਇਹਦੇ ਵਿੱਚ ਕੀ ਹੋਏਗਾ, नो डाउट SiO2 SiO4 ਦੀ ਫਾਰਮ 'ਚ ਹੀ ਹੋਣਗੇ, ਬਟ ਆਪਣੇ ਕੋਲ ਕੀ ਇਹਦੇ ਵਿੱਚ ਕੁਆਰਟਸ ਦੇ ਵਿੱਚ ਰੈਗੂਲਰ ਅਰੇਂਜਮੈਂਟ ਹੈ ਔਰ ਕੁਆਰਟਸ ਗਲਾਸ ਦੇ ਵਿੱਚ ਕੀ ਹੈ, ਇਰਰੈਗੂਲਰ ਅਰੇਂਜਮੈਂਟ। और आप पढ़िया पिछे क्रिस्टलाइन ते अमरफस दे विच डिफरेंस, और दे विच आप पढ़िया सीगा जे रेगुलर अरेंजमेंट आवे तो अपन की बोलते हैं दिस इज क्रिस्टलाइन फॉर्म, एक ही हो जाएगी क्रिस्टलाइन फॉर्म हो जाएगी। जे यही अपने को इररेगुलर अरेंजमेंट है फिर वो केड़ी फॉर्म हो जाएगी, अमरफस फॉर्म। फिर अपन की कह देंगे अमरफस फॉर्म हो जाएगी। ये विच की है रेगुलर अरेंजमेंट अपने को की है क्रिस्टलाइन और इररेगुलर अरेंजमेंट की है अमरफस। तो वो चीज़ कह रही है कि अपने को क्वार्ट्स और क्वार्ट ग्लास की डिफरेंस है, जिथे ग्लास आ गया इट मीन्स वो की है अमरफस सॉलिड है, और कला क्वार्ट्स की होंगे दैट इज क्रिस्टलाइन सॉलिड। ये अपने को क्वेश्चन भी आ जाता है वट इज डिफरेंस बिटवीन क्वार्ट्स एंड क्वार्ट्स ग्लास, तो आप दसांगे भी इन्हों अरेंजमेंट पार्टिकल रेगुलर है, इसलिए अपन की कहांगे क्रिस्टलाइन, इन्होंने पार्टिकल अरेंजमेंट इररेगुलर, इन्हों आप बोल देंगे अमरफस सॉलिड्स। नैक्सट अपने को एनीलिंग की होंगी है, टर्म यूज़ कर रहे हैं एनीलिंग, एनीलिंग टर्म अपना यूज़ कर रहे हैं। देखो अपने कोल की है कोई भी अमरफस सॉलिड नू, किसी भी अमरफस सॉलिड नू अगर आप हीट करते हैं, फर्स्ट आप की करांगे, फर्स्ट आप की करना है, हीट करना है। किसी भी अमरफस सॉलिड लो उन्होंने हीट करना शुरू कर दो, हीट करने तो बाद आप की करांगे स्लोली कूल करांगे, स्लोली की करांगे कूल करांगे। पहला आप लिखता है अमरफस सॉलिड लिखता है, उन्होंने हीट किया, हीट करने बाद उन्होंने स्लोली कूल करांगे। जो आप स्लोली कूल करांगे तो अपने को किच कन्वर्ट हो जाएगा, और सब कुछ आ चेंजेस ले आने तो बाद वो किच कन्वर्ट हो जाएगा क्रिस्टलाइन फॉर्म च, किच कन्वर्ट हो जाएगा क्रिस्टलाइन सॉलिड दे विच। कोई भी अमरफस सॉलिड क्रिस्टलाइन सॉलिड कन्वर्ट हो जाता है, कदों कन्वर्ट हो जाता है, जो आप अमरफस सॉलिड नू पहला हीट करते हैं फिर उन्होंने स्लोली कूल करते हैं। कूल करना किद्दां करना है, स्लोली हौली हौली कूल करते हैं, तो अपने को जो आएगा वो क्या होगा क्रिस्टलाइन सॉलिड। तो अपने को जी आह जो चेंजेस आ रहे हैं, रीजन क्या
पहला पार्टिकल्स की सी कंप्लीटली इररेगुलर, पहला पार्टिकल्स की सी कंप्लीटली इररेगुलर, बट जो आप हीट किया, हीट करने करके वो की होने शुरू हो गए, मेल्ट होने शुरू हो गए, ठीक है। और ਜਿਹੜੇ इररेगुलर पार्टिकल्स है वो हौली हौली की होने शुरू हो गए, एक टाइम पे किसी ना किसी पॉइंट ਤੇ ਉਹ ਕੀ ਹੋਣੇ ਸ਼ੁਰੂ ਹੋ ਗਏ, ਰੈਗੂਲਰ ਹੋਣੇ ਸ਼ੁਰੂ ਹੋ ਗਏ। ਪਹਿਲਾ ਪਾਰਟੀਕਲਸ ਕੀ ਸੀਗੇ, ਇਰਰੈਗੂਲਰ, ਕਿਸੇ ਪੁਆਇੰਟ ਤੇ ਕਿਸੇ ਟੈਂਪਰੇਚਰ ਜੋ ਆਪਾਂ ਨੂੰ ਮੈਲਟ ਕਰਨਾ ਸ਼ੁਰੂ ਕਰਤਾ, ਫਿਰ ਉਸ ਤੋਂ ਬਾਅਦ ਕੂਲਿੰਗ ਕਰਨੀ ਸ਼ੁਰੂ ਕਰਤੀ, ਉਹਨਾਂ ਦੇ ਵਿੱਚ ਥੋੜਾ ਜਿਹਾ ਅਰੇਂਜਮੈਂਟ ਪਾਰਟੀਕਲਸ ਦਾ ਕੀ ਹੋ ਗਿਆ, ਰੈਗੂਲਰ ਹੋ ਗਿਆ। ਇਹਦਾ ਮਤਲਬ ਉਹਦੀ ਪ੍ਰੋਪਰਟੀ ਅਮਰਫਸ ਸੋਲਿਡ ਚ ਕਨਵਰਟ ਹੋਣੀ ਸ਼ੁਰੂ ਹੋ ਗਈ ਕ੍ਰਿਸਟਲਾਈਨ ਸੋਲਿਡ ਚ। ਆਪਣੇ ਕੋਲ ਇਹ ਪ੍ਰੋਪਰਟੀ ਅਮਰਫਸ ਸੋਲਿਡ ਤੋਂ ਕਨਵਰਟ ਹੋਣੀ ਸ਼ੁਰੂ ਹੋ ਗਈ ਕ੍ਰਿਸਟਲਾਈਨ ਸੋਲਿਡਸ ਦੇ ਵਿੱਚ। ਤੇ ਇਹ ਆਪਣੇ ਕੋਲ ਕੀ ਹੈ, ਐਨੀਲਿੰਗ ਇੱਕ ਟੈਕਨੀਕ ਹੈ। ਐਨੀਲਿੰਗ ਹੁੰਦਾ ਕੀ ਹੈ ਕਿ ਫਸਟ ਕਿਸੇ ਚੀਜ਼ ਨੂੰ ਗਰਮ ਕਰਨਾ, ਆਫਟਰ ਦੈਟ ਉਹਨੂੰ ਹੌਲੀ ਹੌਲੀ ਕੀ ਕਰਨਾ, ਕੂਲ ਕਰਨਾ, ਠੀਕ ਹੈ। ਹੁਣ ਇਹੀ ਚੀਜ਼ ਕਰਨ ਕਰਕੇ ਉਹਦਾ ਕੀ ਹੋਇਆ, ਅਮਰਫਸ ਸੋਲਿਡ ਦੀ ਪ੍ਰੋਪਰਟੀਜ਼ ਕਿਚ ਕਨਵਰਟ ਹੋਣੀ ਸ਼ੁਰੂ ਹੋ ਗਈਆਂ ਕ੍ਰਿਸਟਲਾਈਨ ਸੋਲਿਡ ਦੇ ਵਿੱਚ। ਮਤਲਬ ਉਹਦਾ ਇਰਰੈਗੂਲਰ ਅਰੇਂਜਮੈਂਟ ਵਿੱਚ ਕਨਵਰਟ ਹੋਣਾ ਸ਼ੁਰੂ ਹੋ ਗਿਆ ਕੁਝ ਟਾਈਮ ਲਈ ਰੈਗੂਲਰ ਅਰੇਂਜਮੈਂਟ ਦੇ ਵਿੱਚ। ਇਹਨੂੰ ਆਪਾਂ ਬੋਲਦੇ ਹਾਂ ਐਨੀਲਿੰਗ, ਠੀਕ ਹੈ। ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਐਨੀਲਿੰਗ ਹੁੰਦੀ ਕੀ ਹੈ। ਕਿਸੇ ਵੀ ਇਹਦਾ ਮਤਲਬ ਕਿ ਕਿਸੇ ਵੀ ਅਮਰਫਸ ਸੋਲਿਡ ਨੂੰ ਅਗਰ ਥੋੜੀ ਹੀਟਿੰਗ ਮਿਲਦੀ ਰਹੇ, ਠੀਕ ਹੈ, ਬਾਹਰੋਂ ਦੀ, ਤੇ ਹੌਲੀ ਹੌਲੀ ਉਹ ਕੂਲ ਹੁੰਦਾ ਰਹੇ, ਤਾਂ ਉਹ ਆਪਣੇ ਆਪ ਹੀ ਥੋੜਾ ਜਿਹਾ ਉਹ 'ਚ ਕੀ ਆਏਗਾ, ਕ੍ਰਿਸਟਲਾਈਨ ਸੋਲਿਡ 'ਚ ਕਨਵਰਟ ਹੋ ਜਾਏਗਾ। ਇੱਦਾਂ ਆਪਣੇ ਕੋਲ ਜਿਹੜੇ ਗਲਾਸ ਦੇ ਕੰਟੇਨਰਸ ਹੁੰਦੇ ਆ, ਜਿਹੜੇ ਗਲਾਸ ਦੇ ਕੰਟੇਨਰ ਪਏ ਰਹਿੰਦੇ, ਅਗਰ ਉਹਨੂੰ ਥੋੜਾ ਗਰਮ ਕਰੋ, ਠੰਡਾ ਹੁੰਦਾ ਰਹੇ ਹੌਲੀ ਹੌਲੀ, ਇਸ ਤਰ੍ਹਾਂ ਉਹਦੇ ਜਿਹੜੀ ਉਹਦੀ ਆਪਾਂ ਕਹਿੰਦੇ ਹਾਂ ਥੋੜਾ ਬਲਰ ਹੋਣਾ ਸ਼ੁਰੂ ਹੋ ਜਾਂਦਾ, ਦੇਖਣਾ ਚਾਹੀਦਾ ਥੋੜਾ ਧੁੰਦਲਾ ਜਿਹਾ ਨਜ਼ਰ ਆਉਣਾ, ਮਤਲਬ ਕਲੀਅਰ ਨਜ਼ਰ ਨਹੀਂ ਆਉਂਦਾ। ਉਹ ਗਲਾਸ ਜਿਹੜਾ ਉਹਦੇ ਵਿੱਚ ਜਿਹੜੀ ਅਮਰਫਸ ਸੋਲਿਡ ਜਿਹੜੀ ਪ੍ਰੋਪਰਟੀ ਹੈ ਉਹ ਕਿਚ ਕਨਵਰਟ ਹੋਣੀ ਸ਼ੁਰੂ ਹੋ ਜਾਂਦੀਆਂ ਨੇ ਕ੍ਰਿਸਟਲਾਈਨ ਸੋਲਿਡ ਦੇ ਵਿੱਚ। ਇਸ ਤੋਂ ਬਾਅਦ ਆਪਾਂ ਕਰ ਰਹੇ ਐਪਲੀਕੇਸ਼ਨਸ ਆਫ ਅਮਰਫਸ ਸੋਲਿਡਸ। ਐਪਲੀਕੇਸ਼ਨਸ ਆਫ ਅਮਰਫਸ ਸੋਲਿਡਸ। ਕੀ ਐਪਲੀਕੇਸ਼ਨਸ ਨੇ ਅਮਰਫਸ ਸੋਲਿਡ ਦੀਆਂ? ਦੇਖੋ ਅਮਰਫਸ ਸੋਲਿਡ ਆਪਾਂ ਡੇਲੀ ਲਾਈਫ 'ਚ ਬਹੁਤ ਯੂਜ਼ ਕਰਦੇ ਹਾਂ। ਕਿੱਥੇ ਯੂਜ਼ ਕਰਦੇ ਹਾਂ? ਜਿੰਨੇ ਵੀ ਪਲਾਸਟਿਕ ਦੇ ਕੰਟੇਨਰਸ ਜਾਂ ਕੁਝ ਵੀ ਆਪਾਂ ਯੂਜ਼ ਕਰਦੇ ਹਾਂ, ਪਲਾਸਟਿਕ ਡੇਲੀ ਵੇਅਰਸ ਆਪਾਂ ਕਿੰਨਾ ਯੂਜ਼ ਕਰਦੇ ਹਾਂ। ਪੈਨ ਹੋ ਗਏ, ਪੈਨਸਿਲਸ ਹੋ ਗਏ, ਚੇਅਰਸ ਹੋ ਗਈਆਂ, ਠੀਕ ਹੈ, ਟੇਬਲ ਹੋ ਗਏ, ਸਾਰੀਆਂ ਚੀਜ਼ਾਂ ਕਿੱਚ ਆਉਂਦੀਆਂ ਨੇ ਪਲਾਸਟਿਕ ਦੇ ਵਿੱਚ। ਪਲਾਸਟਿਕ ਕੀ ਹੈ? ਅਮਰਫਸ ਸੋਲਿਡ, ਠੀਕ ਹੈ। ਸੈਕਿੰਡ ਆਪਾਂ ਯੂਜ਼ ਕਰਦੇ ਹਾਂ ਗਲਾਸ। ਗਲਾਸ ਕਿੱਥੇ ਯੂਜ਼ ਕਰਦੇ ਹਾਂ? ਹਾਊਸ ਵੇਅਰਸ ਵਾਲੀ ਚੀਜ਼ਾਂ ਜਿੰਨੀਆਂ ਵੀ ਹੈਗੀਆਂ ਨੇ ਘਰਾਂ 'ਚ ਆਪਾਂ ਯੂਜ਼ ਕਰਦੇ ਹਾਂ। ਲੈਬੋਰਟਰੀਜ਼ ਯੂਜ਼ ਕਰਦੇ ਹਾਂ, ਲੈਬੋਰਟਰੀ 'ਚ ਯੂਜ਼ ਕਰਦੇ ਹਾਂ। ਹਾਊਸ ਵੇਅਰ ਵਾਲੀ ਚੀਜ਼ਾਂ 'ਚ ਯੂਜ਼ ਕਰਦੇ ਹਾਂ, ਲੈਬੋਰਟਰੀ ਯੂਜ਼ ਕਰਦੇ ਹਾਂ, ਠੀਕ ਹੈ। ਹੋਰ ਆਪਾਂ ਕਿੱਥੇ ਯੂਜ਼ ਕਰਦੇ? ਰਬੜ ਕਿੱਥੇ ਯੂਜ਼ ਕਰਦੇ ਆਪਾਂ? ਰਬੜ ਆਪਾਂ ਕਿੱਥੇ ਯੂਜ਼ ਕਰਦੇ ਹਾਂ? ਇਹ ਯੂਜ਼ ਕਰਦੇ ਆਪਾਂ ਸ਼ੂ ਸੋਲਸ ਬਣਾਉਣ ਲਈ, ਸ਼ੂ ਸੋਲਸ ਬਣਾਉਣ ਲਈ। ਹੋਰ ਕੀ ਬਣਾਉਂਦੇ ਆਪਾਂ ਇਹਨਾਂ ਦਾ? ਟਾਇਰਸ ਹੋ ਗਏ, ਜਿੰਨੇ ਵੀ ਆਪਣੇ ਕੋਲ ਵਹੀਕਲਸ ਦੇ ਟਾਇਰਸ ਹੁੰਦੇ ਆ, ਠੀਕ ਹੈ, ਉੱਥੇ ਰਬੜ ਦਾ ਯੂਜ਼ ਹੁੰਦਾ ਹੈ। ਬਾਕੀ ਤੁਸੀਂ ਰਬੜ ਦਾ ਵੈਸੇ ਇੱਦਾਂ ਵੀ ਯੂਜ਼ ਕਰ ਸਕਦੇ ਹੋ, ਰਬੜ ਬੈਂਡਸ ਵਗੈਰਾ ਹੋ ਗਏ, ਠੀਕ ਹੈ, ਜਾਂ ਕੁਝ ਹੋਰ ਰਬੜ ਦੀਆਂ ਜਿੰਨੇ ਵੀ ਮਟੀਰੀਅਲਸ ਹੈਗੇ ਉਹਨੂੰ ਯੂਜ਼ ਕਰਦੇ ਆ। ਉਸ ਤੋਂ ਬਾਅਦ ਇਹਨੂੰ ਆਪਾਂ ਯੂਜ਼ ਕਰਦੇ ਹਾਂ ਫੋਟੋ ਵੋਲਟਾਇਕ ਸੈਲਸ ਵੀ ਯੂਜ਼ ਕਰਦੇ ਹਾਂ। ਫੋਟੋ ਵੋਲਟਾਇਕ ਸੈਲ ਦੇ ਵਿੱਚ ਫੋਟੋ ਵੋਲਟਾਇਕ ਸੈਲ ਕੀ ਹੁੰਦਾ? ਫੋਟੋ ਮਤਲਬ ਲਾਈਟ, ਮਤਲਬ ਉਹ ਸੈਲ ਜਿਹੜਾ ਲਾਈਟ ਐਨਰਜੀ ਨੂੰ ਇਲੈਕਟ੍ਰੀਕਲ ਐਨਰਜੀ 'ਚ ਕਨਵਰਟ ਕਰਦੇ। ਮਤਲਬ ਲਾਈਟ ਐਨਰਜੀ ਨੂੰ ਕਿਸ ਕਨਵਰਟ ਕਰਦੇ? ਇਲੈਕਟ੍ਰੀਕਲ ਐਨਰਜੀ। ਜਿਵੇਂ ਸੋਲਰ ਪੈਨਲਸ ਹੁੰਦੇ ਆ, ਇਲੈਕਟ੍ਰੀਕਲ ਐਨਰਜੀ 'ਚ। ਤੇ ਫੋਟੋ ਵੋਲਟਾਇਕ ਸੈਲ ਦਾ ਕੰਮ ਕੀ ਹੈ? ਜਿਹੜੀ ਲਾਈਟ ਐਨਰਜੀ ਆ ਰਹੀ ਹੈ, ਜਿਹੜੇ ਸਨ ਤੋਂ ਲਾਈਟ ਆ ਰਹੀ ਹੈ, ਉਹਨੂੰ ਕਿਸ ਕਨਵਰਟ ਕਰਨਾ? ਇਲੈਕਟ੍ਰੀਕਲ ਐਨਰਜੀ 'ਚ। ਤੇ ਆਪਣੇ ਕੋਲ ਕੀ ਹੈ? ਇਹ ਵੀ ਐਪਲੀਕੇਸ਼ਨ ਅਮਰਫਸ ਸੋਲਿਡ, ਕਿਉਂਕਿ ਆਪਾਂ ਸਿਲੀਕਨ ਵਗੈਰਾ ਦਾ ਯੂਜ਼ ਕਰਦੇ ਹਾਂ, ਤੇ ਸਿਲੀਕਨ ਵਾਲੇ ਜਿਹੜੇ ਕੰਪਾਊਂਡ ਉਹ ਕਿਚ ਆਉਂਦੇ ਆ? ਅਮਰਫਸ ਸੋਲਿਡ 'ਚ ਆਉਂਦੇ ਆ। ਤੇ ਆਪਣੇ ਕੋਲ ਲਾਈਟ ਐਨਰਜੀ ਕਿਚ ਕਨਵਰਟ ਹੋ ਜਾਏਗੀ? ਇਲੈਕਟ੍ਰੀਕਲ ਐਨਰਜੀ 'ਚ ਕਨਵਰਟ ਹੋ ਜਾਏਗੀ। ਇਸ ਤਰ੍ਹਾਂ ਆਪਾਂ ਕੀ ਕਰ ਰਹੇ ਹਾਂ, ਇਹਨਾਂ ਯੂਜ਼ਸ ਵਗੈਰਾ ਦੇਖ ਰਹੇ ਹਾਂ ਕਿ ਪਲਾਸਟਿਕ ਦਾ ਯੂਜ਼ ਆਪਣੇ ਡੇਲੀ ਰੂਟੀਨ 'ਚ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ। ਗਲਾਸ ਦਾ ਹਾਊਸ ਵੇਅਰਸ ਯੂਜ਼ ਹੁੰਦਾ ਹੈ। ਲੈਬੋਰਟਰੀਜ਼ ਜਿੰਨੇ ਵੀ ਆਪਾਂ ਯੂਜ਼ ਕਰਦੇ, ਗਲਾਸ ਦੇ ਮਟੀਰੀਅਲਸ ਯੂਜ਼ ਕਰਦੇ ਹਾਂ, ਠੀਕ ਹੈ। ਰਬੜ ਦਾ ਯੂਜ਼ ਆਪਾਂ ਸ਼ੂ ਸੋਲਸ ਬਣਾਉਣ ਵਾਸਤੇ, ਟਾਇਰਸ ਬਣਾਉਣ ਵਾਸਤੇ ਯੂਜ਼ ਕਰਦੇ ਹਾਂ। ਫੋਟੋ ਵੋਲਟਾਇਕ ਸੈਲ ਦੇ ਵਿੱਚ ਵੀ ਆਪਣੇ ਕੀ ਹੁੰਦਾ? ਅਮਰਫਸ ਸੋਲਿਡ ਯੂਜ਼ ਹੁੰਦਾ। ਤੇ ਇਹ ਆਪਣੇ ਕੋਲ ਕੀ ਹੈ? ਐਪਲੀਕੇਸ਼ਨਸ ਆਫ ਅਮਰਫਸ ਸੋਲਿਡਸ। ਹੁਣ ਤੱਕ ਆਪਾਂ ਸਟੱਡੀ ਕੀਤਾ ਕ੍ਰਿਸਟਲਾਈਨ ਸੋਲਿਡਸ ਤੇ ਅਮਰਫਸ ਸੋਲਿਡਸ ਬਾਰੇ ਆਪਾਂ ਸਟੱਡੀ ਕੀਤਾ ਹੈ, ਜਿਹਦੇ ਵਿੱਚ ਕ੍ਰਿਸਟਲਾਈਨ ਦੇ ਵਿੱਚ ਔਰ ਅਮਰਫਸ ਦੇ ਵਿੱਚ ਕਿਹਦੇ ਬੇਸ 'ਤੇ ਆਪਾਂ ਸਟੱਡੀ ਕੀਤੀ ਹੈ? ਔਨ ਦਾ ਬੇਸਿਸ ਆਫ ਅਰੇਂਜਮੈਂਟ ਆਫ ਪਾਰਟੀਕਲਸ ਦੇ ਬੇਸਿਸ 'ਤੇ ਸਟੱਡੀ ਕੀਤੀ ਹੈ ਕਿ ਪਾਰਟੀਕਲਸ ਦਾ ਅਰੇਂਜਮੈਂਟ ਕੀ ਹੈ। ਨੈਕਸਟ ਆਪਾਂ ਸਟੱਡੀ ਕਰਨਾ ਹੈ ਕਲਾਸੀਫਿਕੇਸ਼ਨ ਆਫ ਸੋਲਿਡਸ ਔਨ ਦਾ ਬੇਸਿਸ ਆਫ ਇੰਟਰ ਮੋਲੀਕੂਲਰ ਫੋਰਸ। ਆਪਾਂ ਕਿਹਦੇ ਬੇਸਿਸ 'ਤੇ ਕਲਾਸੀਫਾਈ ਕਰਨਾ ਹੈ? ਇੰਟਰ ਮੋਲੀਕੂਲਰ ਫੋਰਸਿਸ ਦੇ ਬੇਸ 'ਤੇ। ਫਸਟ ਆਪਾਂ ਕਲਾਸੀਫਿਕੇਸ਼ਨ ਕੀਤੀ ਸੀ ਔਨ ਦਾ ਬੇਸਿਸ ਆਫ ਅਰੇਂਜਮੈਂਟ ਆਫ ਪਾਰਟੀਕਲ। ਹੁਣ ਆਪਾਂ ਜਿਹੜੀ ਕਰਨੀ ਹੈ ਦੈਟ ਇਜ਼ ਔਨ ਦਾ ਬੇਸ ਆਫ ਇੰਟਰ ਮੋਲੀਕੂਲਰ ਫੋਰਸਿਸ ਦੇ ਬੇਸ 'ਤੇ। ਹੁਣ ਆਪਣੇ ਕੋਲ ਇੰਟਰ ਮੋਲੀਕੂਲਰ ਫੋਰਸਿਸ ਆਪਾਂ ਕਲਾਸੀਫਾਈ ਕਰਨਾ ਹੈ, ਤੇ ਆਪਣੇ ਕੋਲ ਇਹਦੀਆਂ ਜਿਹੜੀ ਕੈਟੇਗਰੀਜ਼ ਹੁੰਦੀਆਂ ਉਹ ਕਿਹੜੀ ਕਿਹੜੀ ਹੁੰਦੀਆਂ ਨੇ?
मॉलिक्यूलर सॉलिड्स, मॉलिक्यूलर सॉलिड्स हो सकते हैं, कोवलेंट सॉलिड्स हो सकते हैं, आयनिक सॉलिड्स हो सकते हैं एंड मैटेलिक सॉलिड्स। ये 4 कैटेगरीज आप पढ़निया ने इंटरमोलिकुलर फोर्सेस के बेस पे, मॉलिक्यूलर सॉलिड्स, कोवलेंट सॉलिड्स, आयनिक सॉलिड्स, मैटेलिक सॉलिड्स। ਹੁਣ ਆਪਾਂ ਜਿਹੜਾ ਅੱਜ ਦੇ ਲੈਕਚਰ ਸਟੱਡੀ ਕੀਤਾ ਉਹ ਕੀ ਸਟੱਡੀ ਕੀਤਾ, ਕ੍ਰਿਸਟਲਾਈਨ ਤੇ ਅਮਰਫਸ। ਸਾਡਾ ਮੇਨ ਫੋਕਸ ਕਿਤੇ ਸੀ ਕ੍ਰਿਸਟਲਾਈਨ ਤੇ ਅਮਰਫਸ। ਬਹੁਤ ਇੰਪੋਰਟੈਂਟ ਟੌਪਿਕ ਹੈ, ਐਗਜ਼ਾਮ ਦੇ ਵਿੱਚ ਕੁਐਸਚਨਸ ਵੀ ਆ ਜਾਂਦੇ ਇਹਦੇ ਵਿੱਚੋਂ, ਈਵਨ ਡਾਇਰੈਕਟ ਡਿਫਰੈਂਸ ਆ ਜਾਂਦਾ ਹੈ ਕ੍ਰਿਸਟਲਾਈਨ ਔਰ ਅਮਰਫਸ ਦਾ ਡਿਫਰੈਂਸ, ਜਾਂ ਫਿਰ ਤੁਹਾਨੂੰ ਇਹ ਪੁੱਛ ਲਾਂਗੇ ਐਨ ਆਈਸੋਟ੍ਰੋਪੀ ਕੀ ਹੁੰਦੀ ਹੈ, ਆਈਸੋਟ੍ਰੋਪੀ ਪ੍ਰੋਪਰਟੀ ਕੀ ਹੁੰਦੀ ਹੈ। ਇਸ ਤਰ੍ਹਾਂ ਕੁਐਸਚਨ ਜਿਹੜੇ ਹੈ ਉਹ ਆਪਣੇ ਕੋਲ ਕੁਐਸਚਨ ਆ ਜਾਂਦੇ। ਸਿਮਿਲਰਲੀ ਕੁਆਰਟਸ ਤੇ ਕੁਆਰਟਸ ਗਲਾਸ ਦਾ ਡਿਫਰੈਂਸ ਮੈਂ ਕਰਵਾਇਆ ਸੀ, ਇਹ ਵੀ ਐਗਜ਼ਾਮ ਦੇ ਵਿੱਚ ਸਾਨੂੰ ਆ ਜਾਂਦਾ ਕਿ ਵਟ ਇਜ਼ ਡਿਫਰੈਂਸ ਬਿਟਵੀਨ ਕੁਆਰਟਸ ਐਂਡ ਕੁਆਰਟਸ ਗਲਾਸ। ਹੁਣ ਜਿਹੜਾ ਆਪਾਂ ਨੈਕਸਟ ਲੈਕਚਰ ਟੌਪਿਕ ਕਰਨਾ ਹੈ दैट इज़ इंटरमोलिकुलर फोर्सेस। जो आप आने वाला नैक्सट लैक्चर होएगा वो आप करा क्लासीफिकेशन ऑन द बेसिस ऑफ इंटरमोलिकुलर फोर्सेस। नैक्सट लैक्चर च आप चारों जड़ियाँ सॉलिड्स बारे पूरी डिटेल स्टडी करांगे कि मॉलिकुलर सॉलिड्स की होंगे हैं, कोवलेंट सॉलिड्स की होंगे हैं, आयनिक सॉलिड्स की होंगे हैं, मैटेलिक सॉलिड्स की होंगे हैं। इन्होंने बारे असी पूरी स्टडी करांगे ऑन द बेसिस ऑफ इंटरमोलिकुलर फोर्सेस। इंटरमोलिकुलर फोर्सेस अपने को किहड़ियां होंदियां ने, ठीक है। उन्होंने फोर्स के बेसिस से अपने 4 कैटेगरी डिवाइड किया। क्यों किया, ਕਿਹੜੀ फोर्सेस ने, ये सारा ਆਪਾਂ ਕੀ ਕਰਾਂਗੇ ਨੈਕਸਟ ਲੈਕਚਰ 'ਚ ਕਰਾਂਗੇ। ਹੁਣ ਤੱਕ ਜੋ ਕੀਤਾ ਤੁਸੀਂ ਉਹਨੂੰ ਚੰਗੀ ਤਰ੍ਹਾਂ ਕਰ ਲੈਣਾ, ਠੀਕ ਹੈ, ਤਾਂ ਕਿ ਤੁਹਾਨੂੰ ਅੱਗੇ ਵਾਲਾ ਲੈਕਚਰ ਸੁਣਨਾ ਹੋਰ ਵੀ ਜ਼ਿਆਦਾ ਈਜ਼ੀ ਹੋ ਜਾਏ। ਐਂਡ ਥੈਂਕ ਯੂ।